ਅਸੀਂ ਸਮਾਣੇ ਦੇ ਵਿੱਚ ਖੜੇ ਆ AOC ਇੰਟਰਨੈਸ਼ਨਲ ਦੇ ਆਫਿਸ ਦੇ ਵਿੱਚ, ਜਿਹੜੇ ਵਰਕ ਵੀਜ਼ੇ ਦਾ ਕੰਮ ਵੀ ਕਰਦੇ ਆ ਤੇ ਟੂਰਿਸਟ ਵੀਜ਼ੇ ਦਾ ਕੰਮ ਕਰਦੇ ਆ ਤੇ ਸਭ ਤੋਂ ਜ਼ਿਆਦਾ ਜਿਹੜਾ ਕੰਮ ਹੈ ਇਹਨਾਂ ਦਾ ਸਟੱਡੀ ਵੀਜ਼ੇ ਦਾ। 5 ਸਾਲ ਤੋਂ ਮੈਂ ਆਪਣਾ ਪਰਸਨਲੀ AOC ਇਹਦਾ ਰਜਿਸਟਰਡ ਕੀਤਾ ਹੋਇਆ ਹੈ ਜੀ। ਪੰਜਾਬ ਗੌਰਮੈਂਟ ਤੋਂ ਕਾਇਦਾ ਅਸੀਂ ਲਾਇਸੈਂਸ ਲੈ ਕੇ ਬੈਠੇ ਹਾਂ। ਸਾਡੇ ਲਈ ਕੰਸਲਟੈਂਸੀ ਦਾ ਵੱਖਰਾ ਲਾਇਸੈਂਸ ਹੈ ਤੇ ਇੰਸਟੀਚਿਊਟ ਦਾ ਵੱਖਰਾ ਹੈ। ਪਹਿਲਾ ਮੋਟਿਵ ਤੇ ਲਾਸਟ ਮੋਟਿਵ ਸਾਡਾ ਇਹ ਹੈ ਵੀ ਕਿਸੇ ਨਾਲ ਨਾ ਤਾਂ ਠੱਗੀ ਠੋਰੀ ਕਰਨੀ ਹੈ ਜੀ, ਨਾ ਕਿਸੇ ਨਾਲ ਝੂਠ ਬੋਲਣਾ। ਕ੍ਰੋਏਸ਼ੀਆ ਦਾ ਵੀਜ਼ਾ ਲੱਗਿਆ, ਕੀ ਵਰਕ ਵੀਜ਼ਾ ਲੱਗਿਆ ਜਾਂ ਉੱਥੇ ਪੜ੍ਹਨ ਲਈ ਚੱਲਿਓ, ਕੀ ਕਿਹੜਾ ਵੀਜ਼ਾ ਲੱਗਿਆ? ਵਰਕ ਵੀਜ਼ਾ ਲਵਾਓ। ਵਰਕ ਵੀਜ਼ਾ ਲੱਗਿਆ। ਪਰ ਅਸੀਂ ਕਿਸੇ ਵੀ ਇਨਸਾਨ ਤੋਂ 1 ਰੁਪਈਆ ਵੀ ਅਸੀਂ ਐਡਵਾਂਸ ਨਹੀਂ ਲੈਂਦੇ। ਜੋ ਵੀ ਪੇਮੈਂਟ ਅਸੀਂ ਸਾਰੀ ਆਫਟਰ ਵੀਜ਼ਾ ਲੈਂਦੇ। UK ਜਾਂ ਨਿਊਜ਼ੀਲੈਂਡ ਉਹਨਾਂ 'ਚੋਂ ਟੌਪ ਕਲਾਸ ਕੰਟਰੀ ਹੈ ਜਿਹੜੀ ਆਸਟ੍ਰੇਲੀਆ, ਉੱਥੋਂ ਦੇ ਅੱਜ ਵੀਜ਼ੇ ਆਏ ਨੇ ਆਪਣੇ ਕੋਲ 5-6 ਤੇ ਸਾਨੂੰ ਵੀ ਬਹੁਤ ਮਤਲਬ ਮਾਣ ਮਹਿਸੂਸ ਹੁੰਦਾ। ਤੇ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਨੂੰ ਅਪਲਾਈ ਕੀਤੇ ਨੂੰ ਵੀਜ਼ਾ ਤੇ ਕਿੰਨੇ ਟਾਈਮ ਦੇ ਵਿੱਚ ਇਹ ਆ ਗਿਆ? 3 ਮਹੀਨਿਆਂ ਦੇ ਵਿੱਚ ਵੀਜ਼ਾ ਆ ਗਿਆ ਜੀ। AOC ਤੋਂ ਲਵਾਇਆ ਸੀ। ਇਹ ਬਹੁਤ ਵਧੀਆ ਕੰਪਨੀ ਹੈ ਜੀ। ਅਨਾਉਂਸਮੈਂਟ ਕੀਤੀ ਹੈ ਆਸਟ੍ਰੇਲੀਆ ਨੇ ਕਿ ਅਸੀਂ ਪਰ ਈਅਰ 1000 ਵਰਕ ਪਰਮਿਟ ਦਿਆ ਕਰਾਂਗੇ ਇੰਡੀਅਨ ਨੂੰ, ਪਰ ਕਦੋਂ ਤੋਂ ਦੇਣਾ ਉਹ ਅਨਾਉਂਸ ਨਹੀਂ ਕੀਤਾ। ਉਹ ਨੋਟੀਫਿਕੇਸ਼ਨ ਦੇ ਉੱਪਰ ਹੀ ਬਹੁਤ ਸਾਰੇ ਕੰਸਲਟੈਂਟ ਲੋਕਾਂ ਨੂੰ ਲੁੱਟ ਰਹੇ ਨੇ। ਲੱਖ ਰੁਪਏ ਦੇ ਦਿਓ ਜੀ ਐਡਵਾਂਸ, ਤੁਹਾਡਾ ਪਹਿਲਾ ਨੰਬਰ ਆ ਜਾਊਗਾ, ਸਾਨੂੰ 50,000 ਦੇ ਦਿਓ ਐਡਵਾਂਸ, ਪਹਿਲਾ ਨੰਬਰ ਆ ਜਾਏਗਾ। ਜਿਹੜੇ ਬੱਚੇ ਕੁਆਲੀਫਾਈਡ ਕਰਨਗੇ ਉਹਨਾਂ ਨੂੰ ਵਰਕ ਪਰਮਿਟ ਮਿਲੇਗਾ, ਐਡਵਾਂਸ ਤੇ ਕੁਝ ਨਹੀਂ ਮਿਲੇਗਾ। ਸਟੂਡੈਂਟਸ ਜਾਂ ਉਹਦੇ ਪੇਰੈਂਟਸ ਆ ਜਾਂ ਜਿਹਨੇ ਵੀ ਬਾਹਰ ਜਾਣਾ, ਉਹਦੀ ਆਪਣੀ ਵੀ ਕੋਈ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿੱਥੇ ਅਸੀਂ ਅਪਲਾਈ ਕਰਦੇ ਆ ਉਹਨੂੰ ਘੱਟੋ ਘੱਟ ਚੈੱਕ ਤਾਂ ਕਰੋ ਵੀ ਕਿੱਥੋਂ ਰਜਿਸਟਰਡ ਹੈ ਜਾਂ ਉਹ ਕਿੱਥੋਂ ਬਿਲੋਂਗ ਕਰਦੇ ਨੇ, ਉਹ ਜੈਨੂਨ ਤਰੀਕੇ ਨਾਲ ਉਹਨਾਂ ਦੇ ਆਪਣੇ ਪੇਪਰ ਹੈ ਕਿ ਨਹੀਂ। ਅਪਲਾਈ ਕਰੀ ਨੂੰ ਤਾਂ ਹੋ ਗਈ ਸੀ 2 ਮੰਥ ਹੀ, ਪਰ ਫਾਈਲ ਲਾਂਚ ਹੋਣ ਤੋਂ 6 ਘੰਟੇ ਬਾਅਦ ਸਾਡਾ ਵੀਜ਼ਾ ਆ ਗਿਆ। ਕੋਈ ਵੀ ਸਟੂਡੈਂਟ ਫ੍ਰੀ ਦੇ ਵਿੱਚ ਸਾਡੇ ਤੋਂ ਆਪਣੀ ਫਾਈਲ ਅਸੈਸ ਕਰਵਾਉਣੀ ਚਾਹੁੰਦਾ ਹੈ ਕਿ ਮੇਰਾ ਕਿੰਨੇ % ਚਾਂਸ ਨੇ ਵੀਜ਼ਾ ਆਉਣ ਦੇ ਜਾਂ ਮੇਰਾ ਗਰੰਟਡ ਵੀਜ਼ਾ ਆ ਸਕਦਾ ਹੈ, ਤਾਂ ਫ੍ਰੀ ਦੇ ਵਿੱਚ ਵੀ ਸਾਡੇ ਤੋਂ ਅਸੈਸਮੈਂਟ ਕਰਾ ਸਕਦਾ ਹੈ। ਜਸ਼ਨਪ੍ਰੀਤ, ਕਿੱਦਾਂ ਦਾ ਲੱਗਿਆ ਹੁਣ ਵੀਜ਼ਾ ਆ ਗਿਆ, ਬਾਹਰ ਜਾ ਕੇ ਪੜ੍ਹਾਈ ਕਰਨੀ ਹੈ? ਬਹੁਤ ਖੁਸ਼ੀ ਹੋ ਰਹੀ ਹੈ ਜੀ। ਤੇ ਮੈਂ ਕਹਿੰਦਾ ਜੀ, ਮੈਨੂੰ ਲੱਗਦਾ ਵੀ ਇਹ ਬੈਸਟ ਏਜੰਟ ਨੇ ਪਾਤੜਾਂ ਦੇ ਵਿੱਚ ਤੇ ਸਮਾਣਾ ਦੇ ਵਿੱਚ ਜਿਨ੍ਹਾਂ ਤੋਂ ਮੇਰਾ ਵੀਜ਼ਾ ਆਇਆ ਹੈ। ਕੁਲਵਿੰਦਰ ਜੀ ਉਹਨਾਂ ਨੇ ਸਾਨੂੰ ਸਪੈਸ਼ਲ ਇੱਕ ਗੱਲ ਕਹੀ ਸੀ ਕਿ ਪਹਿਲਾਂ ਫਾਈਲ ਤੁਸੀਂ ਚੈੱਕ ਕਰਨੀ ਹੈ, ਬਾਅਦ 'ਚ ਮੇਰੇ ਤੋਂ ਚੈੱਕ ਕਰਾਉਣੀ ਹੈ। ਜਦੋਂ ਅਸੀਂ ਸੈਟੀਸਫਾਈਡ ਹੋਵਾਂਗੇ ਤਾਂ ਆਪਾਂ ਕਲਾਇੰਟ ਨੂੰ ਕਹਿਣਾ ਕਿ ਤੇਰਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ। ਆਪਾਂ ਬੱਚੇ ਨੂੰ ਸੱਚ ਦੱਸਣਾ, ਕਿਸੇ ਤੋਂ 5,000 10,000 ਲਈ ਆਪਾਂ ਨੇ ਉਹ ਤੋਂ ਫਾਈਲ ਨਹੀਂ ਰੱਖਣੀ ਹੈਗੀ ਲੈ ਕੇ। ਇਹਨਾਂ ਨੇ ਇੰਸਟੀਚਿਊਟ ਨੇ ਸਾਡੇ ਕੋਲੋਂ ਕੋਈ 1 ਪੈਸਾ ਵੀ ਐਡਵਾਂਸ ਨਹੀਂ ਲਿਆ, 10 ਰੁਪਏ ਵੀ ਨਹੀਂ ਲਏ। ਸਾਤੋਂ ਸਾਰਾ ਕੁਝ ਇਹਨੇ ਵੀਜ਼ੇ ਤੋਂ ਬਾਅਦ ਹੀ ਪੈਸੇ ਦੇਣੇ। ਅੰਬੈਸੀ ਫੀਸ ਚਾਹੇ ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ, ਉਹ ਹਮੇਸ਼ਾ ਸਟੂਡੈਂਟ ਜਾਂ ਕਲਾਇੰਟ ਦੀ ਹੁੰਦੀ ਹੈ। ਉਸ ਤੋਂ ਬਿਨਾਂ ਕੋਈ ਫੰਡ ਦਾ ਖਰਚਾ ਹੈ, ਇੰਸ਼ੋਰੈਂਸ ਦਾ ਖਰਚਾ ਹੈ, ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਹੈ, ਉਹ ਅਸੀਂ ਆਪੇ ਕਰਦੇ ਹਾਂ। ਠੀਕ ਹੈ ਜੀ, ਇਹਨਾਂ ਨੇ ਆ ਕੇ ਸਾਡੇ ਤੋਂ ਡਾਕੂਮੈਂਟ ਲੈ ਕੇ ਜੀ ਅਸੀਂ ਸਭ ਕੁਝ ਇਹਨੂੰ ਦਿੱਤਾ। ਇਹਨਾਂ ਨੇ ਮਤਲਬ ਸਾਨੂੰ ਸਰਵਿਸ ਪੂਰੀ ਵਧੀਆ ਦਿੱਤੀ। ਤੇ ਆਪਣੇ ਕੋਲ ਆਲਮੋਸਟ ਸਾਰੇ ਤਰ੍ਹਾਂ ਦੇ ਹਰ ਕੰਟਰੀ ਦੇ ਟੂਰਿਸਟ ਵੀਜ਼ੇ ਵੀ ਅਵੇਲੇਬਲ ਨੇ। ਜੇ ਕਿਸੇ ਨੇ ਕੰਸਲਟ ਕਰਨਾ ਹੋਵੇ ਤਾਂ ਸਾਨੂੰ ਮਿਲ ਸਕਦਾ ਹੈ। ਕਿੱਥੇ ਦਾ ਵੀਜ਼ਾ ਤੁਹਾਡਾ ਲੱਗਿਆ? ਆਸਟ੍ਰੇਲੀਆ ਦਾ ਸਰ। ਮੇਰਾ ਫਾਈਲ ਦਾ ਪ੍ਰੋਸੈਸਿੰਗ ਸਰ ਨੀਅਰਲੀ 4 ਮੰਥਸ ਦਾ ਸੀਗਾ ਤੇ ਫਾਈਲ ਅਪਲਾਈ ਕਰਨ ਤੋਂ ਬਾਅਦ ਮੇਰਾ 12 ਡੇਜ਼ ਵਿੱਚ ਵੀਜ਼ਾ ਗ੍ਰਾਂਟ। ਅਸੀਂ ਚਾਹੁੰਦੇ ਹਾਂ ਤੁਸੀਂ ਇਦਾਂ ਦੀ ਕੋਈ ਜਾਣਕਾਰੀ ਸਟੂਡੈਂਟਸ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਦਵੋ ਵੀ ਠੱਗੀ ਦੇ ਸ਼ਿਕਾਰ ਤੋਂ ਵੀ ਬਚਣ, ਤੇ ਸਿਰਫ ਤੁਸੀਂ ਨਹੀਂ, ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਤੱਕ ਉਹ ਬੱਚੇ ਅਪਰੋਚ ਕਰਨ। ਕੋਈ ਵੀ ਇਨਸਾਨ, ਕੋਈ ਵੀ ਕਲਾਇੰਟ ਮੈਨੂੰ ਆ ਕੇ ਇਹ ਨਹੀਂ ਪੁੱਛਦਾ ਸਰ ਤੁਸੀਂ ਫਾਈਲ ਤਾਂ ਲਾ ਰਹੇ ਹੋ, ਤੁਹਾਡੇ ਲਈ ਪਰਮਿਸ਼ਨ ਹੈ, ਤੁਹਾਡੇ ਲਈ ਲਾਇਸੈਂਸ ਹੈ, ਤੁਸੀਂ ਪੰਜਾਬ ਗਵਰਨਮੈਂਟ ਤੋਂ ਰਜਿਸਟਰਡ ਹੋ। ਸਰ 10% ਕੀ 5% ਲੋਕ ਵੀ ਨਹੀਂ ਜੀ ਪੁੱਛਦੇ ਜੀ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਬਹੁਤ ਟਰਸਟਵਰਦੀ ਨੇ ਤੇ ਇਹਨਾਂ ਦਾ ਸਾਰਾ ਕੰਮ ਟਰਾਂਸਪੇਰੈਂਟ ਵੀ ਹੁੰਦਾ ਹੈ ਤੇ ਕੁਝ ਲੁਕਾਉਂਦੇ ਵੀ ਨਹੀਂ। ਮੈਨੂੰ ਸਾਰੀ ਡਾਕੂਮੈਂਟੇਸ਼ਨ ਤੇ ਸਾਰੀ ਇਨਫੋਰਮੇਸ਼ਨ ਇਹਨਾਂ ਨੇ ਟਾਈਮ ਟੂ ਟਾਈਮ ਦਿੱਤੀ ਹੈ। ਤੇ ਉਹਨਾਂ ਨੂੰ ਸਿਰਫ ਇਹੀ ਇੱਕ ਅਪੀਲ ਆ ਕਿ ਸਭ ਤੋਂ ਪਹਿਲਾਂ ਤਾਂ IELTS PT ਸਭ ਤੋਂ ਜਿਹੜੀ ਸਟਾਰਟਿੰਗ ਜਾੜਾ ਉਹ ਕਰਨ ਲਈ ਬੈਸਟ ਇੰਸਟੀਚਿਊਟ ਚੁਣੋ। AOC ਇੰਟਰਨੈਸ਼ਨਲ ਜੀ, ਇਹਨਾਂ ਦੇ ਆਫਿਸ ਤੋਂ ਸਮਾਣੇ ਵਿਜ਼ਿਟ ਕਰਕੇ ਇੱਥੇ ਕੰਮ ਕੀਤਾ ਜੀ। ਓਕੇ। ਕਿੰਨਾ ਚਿਰ ਲੱਗਿਆ ਇਸ ਵੀਜ਼ੇ ਨੂੰ? ਤਕਰੀਬਨ ਸਰ 3 ਮੰਥ ਦਾ ਟਾਈਮ ਲੱਗ ਗਿਆ ਜੀ। ਅਸੀਂ ਕਹਿੰਦੇ ਪ੍ਰੋਪਰ ਟਾਈਮ 3 ਮਹੀਨੇ ਸਾਨੂੰ ਦਿਓ, 3 ਮਹੀਨੇ ਦੇ ਗਰੰਟਡ ਅਸੀਂ ਤੁਹਾਨੂੰ ਬੈਂਡ ਦਵਾਵਾਂਗੇ। ਇਹਨਾਂ ਨੇ ਬਸ ਮੇਰਾ 3 ਮਹੀਨਿਆਂ ਦੇ ਅੰਦਰ ਵੀਜ਼ਾ ਲਿਆ ਕੇ ਦਿੱਤਾ ਤੇ ਮੇਰੀ ਫਾਈਲ ਸਬਮਿਸ਼ਨ ਹੋਣ ਤੋਂ ਬਾਅਦ ਮੇਰਾ ਲਗਭਗ 5-6 ਦਿਨਾਂ ਦੇ ਵਿੱਚ ਮੇਰਾ ਵੀਜ਼ਾ ਆ ਗਿਆ। ਕੈਨੇਡਾ ਦਾ ਵਰਕ ਪਰਮਿਟ ਅਸੀਂ ਦੇ ਸਕਦੇ ਹਾਂ, ਪਰ ਉਹਦੇ ਲਈ ਤੁਹਾਨੂੰ GT 'ਚ ਸਾਨੂੰ 5.5 ਜਾਂ 6 ਬੈਂਡ ਦੇਣੇ ਪੈਣਗੇ। UK ਦਾ ਵਰਕ ਪਰਮਿਟ ਅਸੀਂ ਦੇ ਸਕਦੇ ਹਾਂ ਜਿਹੜੇ ਬੱਚੇ ਨੇ GNM ਤੇ ANM ਕੀਤੀ ਹੋਈ ਹੈ।
ਕੋਈ ਐਮਬੈਸੀ ਫੀਸ ਜਾਂ ਕਈ ਵਾਰੀ ਬੰਦਾ ਕਹਿੰਦਾ ਵੀ ਡਾਕੂਮੈਂਟਸ ਜਿਹੜੇ ਅਸੀਂ ਫਾਈਲ ਬਣਾਉਣੀ ਹੈ ਇਹਦਾ ਲੱਖ ਰੁਪਈਆ ਸਾਨੂੰ ਐਡਵਾਂਸ ਦਿਓ 2 ਲੱਖ ਇਦਾਂ ਦਾ ਕੁਝ? ਨਹੀਂ ਜੀ, ਇਦਾਂ ਦਾ ਕੁਝ ਨਹੀਂ ਹੈ ਜੀ। ਕੋਈ ਪੈਸੇ ਨਹੀਂ ਪਹਿਲਾਂ ਐਡਵਾਂਸ ਦਿੱਤਾ ਜੀ, ਬਾਅਦ ਚ ਪੇਮੈਂਟ ਕੀਤੀ ਹੈ। ਵਧੀਆ ਕਿਸੇ ਏਜੰਟ ਤੋਂ ਜਾਂ ਵਧੀਆ ਕਿਸੇ ਫਰਮ ਤੋਂ ਆਪਣਾ ਵੀਜ਼ਾ ਅਪਲਾਈ ਕਰਵਾਓ ਤਾਂ ਜੋ ਤੁਹਾਨੂੰ ਨਾ ਪੈਸੇ ਦੀ ਬਰਬਾਦੀ ਹੋਵੇ, ਨਾ ਤੁਹਾਡੇ ਸਮੇਂ ਦੀ ਬਰਬਾਦੀ ਹੋਵੇ ਤੇ ਤੁਸੀਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ। ਕਿੱਦਾਂ ਤੁਹਾਨੂੰ ਲੱਗਿਆ ਇਹਦਾ ਰੈਫਰੈਂਸ ਕਿਹਨਾਂ ਨੇ ਤੁਹਾਨੂੰ ਦਿੱਤਾ ਸੀ ਵੀ ਤੁਸੀਂ AOC ਇੰਟਰਨੈਸ਼ਨਲ ਜਿਹੜੇ ਸਮਾਣਾ ਤੋਂ ਅਪਲਾਈ ਕਰੋ? ਸਰ ਸਾਡੇ ਫੈਮਿਲੀ ਫਰੈਂਡ ਨੇ ਹਰਜਿੰਦਰ ਸਿੰਘ ਜੀ, ਤੇ ਉਹਨਾਂ ਨੇ ਵੀ ਆਪਣਾ ਕੰਮ ਕਰਵਾਇਆ ਜੀ ਇੱਥੋਂ, ਤੇ ਅਸੀਂ ਉਹਨਾਂ ਦੀ ਰੈਫਰੈਂਸ ਤੇ ਇੱਥੇ ਆਏ ਜੀ। ਕਿ ਲੱਗਦਾ ਉੱਥੇ ਜਿਹੜੇ ਕਾਲਜਸ ਜਾਂ ਯੂਨੀਵਰਸਿਟੀ ਦੀ ਸਿਲੈਕਸ਼ਨ ਹੋਈ ਆ ਉਹ ਤੁਹਾਨੂੰ ਕਿੱਦਾਂ ਵੀ ਸਹੀ ਹੈ? ਹਾਂਜੀ, ਬੈਸਟ ਯੂਨੀਵਰਸਿਟੀ ਹੈ ਮੇਰੀ, ਯੂਨੀਵਰਸਿਟੀ ਆਫ ਕੈਨਬਰਾ, ਤੇ ਮੈਨੂੰ ਲੱਗਦਾ ਵੀ ਉਹ ਆਸਟ੍ਰੇਲੀਆ ਦੀ ਕੈਪੀਟਲ ਹੈ ਆਸਟ੍ਰੇਲੀਆ ਦੀ, ਤੇ ਉਹ ਬੈਸਟ ਯੂਨੀਵਰਸਿਟੀ ਹੈ। ਕੋਈ ਹੋਰ ਇਮੀਗ੍ਰੇਸ਼ਨ ਦੇ ਕੋਲ ਜਾਈਏ ਇਦਾਂ ਦੀ ਕੋਈ ਗੱਲ? ਅਸੀਂ ਹੋਰ ਪਤਾ ਕੀਤਾ ਜੀ ਬਹੁਤ ਜ਼ਿਆਦਾ, ਪਰ ਸਾਨੂੰ ਵਧੀਆ ਇੱਥੇ ਲੱਗਿਆ, ਚੰਗਾ ਲੱਗਿਆ, ਇਹਨਾਂ ਗੱਲਾਂ ਬਾਤਾਂ ਠੀਕ ਲੱਗਿਆ ਸਾਨੂੰ। ਸਤਿ ਸ੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀਡੀਆ। ਦੋਸਤੋ, ਜੇ ਗੱਲਬਾਤ ਕਰੀਏ ਆਪਾਂ, ਅੱਜ ਜੋ ਨਿਊ ਜਨਰੇਸ਼ਨ ਹੈ, ਨਵੀਂ ਪੀੜ੍ਹੀ ਹੈ, ਬਾਹਰ ਦੀਆਂ ਕੰਟਰੀਆਂ ਦਾ ਰੁਖ ਕਰ ਰਹੀ ਹੈ। ਸਟੱਡੀ ਵੀਜ਼ਾ ਹੋਵੇ, ਚਾਹੇ ਟੂਰਿਸਟ ਵੀਜ਼ਾ ਹੋਵੇ ਜਾਂ ਵਰਕ ਵੀਜ਼ਾ ਹੋਵੇ, ਬਹੁਤ ਸਾਰੇ ਟਰੈਵਲ ਏਜੰਟ ਨੇ, ਜਿਹੜੀਆਂ ਏਜੰਸੀਆਂ ਨੇ ਇਹ ਕੰਮ ਕਰ ਰਹੀਆਂ ਨੇ। ਅਸੀਂ ਸਮਾਣੇ ਦੇ ਵਿੱਚ ਖੜੇ ਹਾਂ AOC ਇੰਟਰਨੈਸ਼ਨਲ ਦੇ ਆਫਿਸ ਦੇ ਵਿੱਚ, ਜਿਹੜੇ ਵਰਕ ਵੀਜ਼ੇ ਦਾ ਕੰਮ ਵੀ ਕਰਦੇ ਆ ਤੇ ਟੂਰਿਸਟ ਵੀਜ਼ੇ ਦਾ ਕੰਮ ਕਰਦੇ ਆ, ਤੇ ਸਭ ਤੋਂ ਜ਼ਿਆਦਾ ਜਿਹੜਾ ਕੰਮ ਹੈ ਇਹਨਾਂ ਦਾ ਸਟੱਡੀ ਵੀਜ਼ੇ ਦਾ। ਅੱਜ ਸਾਨੂੰ ਪਤਾ ਲੱਗਾ ਤਕਰੀਬਨ 10-12 ਸਟੂਡੈਂਟਸ ਜਿਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ, ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਤਕਰੀਬਨ ਆਸਟ੍ਰੇਲੀਆ ਦੇ। 1-2 ਐਸੇ ਨੌਜਵਾਨ ਵੀ ਨੇ ਜਿਨ੍ਹਾਂ ਦਾ ਵੀਜ਼ਾ ਲੱਗਿਆ ਵਰਕ ਵੀਜ਼ਾ। ਉਹ ਕਿਹੜੀ ਕੰਟਰੀ ਦਾ ਵੀਜ਼ਾ ਲੱਗਿਆ ਉਹ ਗੱਲਬਾਤ ਕਰਾਂਗੇ। ਤੇ ਕਿਉਂਕਿ ਇਹ ਗੱਲਬਾਤ ਕਰਨ ਦਾ ਮਕਸਦ ਕੀ ਹੈ? ਮਕਸਦ ਇਹ ਹੈ, ਬੜੇ ਲੰਮੇ ਸਮੇਂ ਤੋਂ ਇਸ ਲਾਈਨ ਦੇ ਵਿੱਚ, ਅਸੀਂ ਮੀਡੀਆ ਲਾਈਨ ਦੇ ਵਿੱਚ ਵਿਚਰਦੇ ਆ ਰਹੇ ਹਾਂ। ਖਾਸ ਕਰਕੇ ਜਦੋਂ ਅਸੀਂ ਦੇਖਦੇ ਹਾਂ ਕਿ ਠੱਗੀ ਦਾ ਸ਼ਿਕਾਰ ਬਹੁਤ ਨੌਜਵਾਨ ਹੁੰਦੇ ਆ। ਅਸੀਂ ਆਪਣੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਵੱਖ-ਵੱਖ ਟਰੈਵਲ ਏਜੰਟਾਂ ਦੇ ਨਾਲ ਗੱਲਬਾਤ ਕਰਨ ਦੀ, ਜੋ ਨੌਜਵਾਨ ਪੀੜ੍ਹੀ ਹੈ ਉਹ ਠੱਗੀ ਦਾ ਸ਼ਿਕਾਰ ਨਾ ਹੋਵੇ, ਸਹੀ ਰਸਤੇ 'ਤੇ ਚੱਲ ਕੇ ਉਹ ਫੋਰਨ ਦੇ ਵਿੱਚ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਜਾ ਸਕੇ। ਪਰ ਕਈਆਂ ਨੇ ਰੁਖ ਨਹੀਂ ਕੀਤਾ ਸਾਡੇ ਨਾਲ ਗੱਲਬਾਤ ਕਰਨ ਦਾ, ਤੇ ਅੱਜ ਇਸੇ ਲਈ ਅਸੀਂ ਇਸ ਇੰਸਟੀਚਿਊਟ ਦੇ ਵਿੱਚ ਪਹੁੰਚੇ ਹਾਂ। AOC ਇੰਟਰਨੈਸ਼ਨਲ ਦੇ ਜਿਹੜੇ ਓਨਰ ਨੇ ਕੁਲਵਿੰਦਰ ਸਿੰਘ ਤੇ ਨਾਲ ਹਰਵਿੰਦਰ ਸਿੰਘ, ਉਹਨਾਂ ਦੋਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਰਸਤੇ ਦੇ ਨਾਲ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਕਿਸ ਤਰੀਕੇ ਦੇ ਨਾਲ ਆ ਕੇ ਆਪਣੀ ਫਾਈਲ ਹੈ ਜਿਹੜੀ ਸਬਮਿਟ ਕਰ ਸਕਦੀ ਹੈ, ਕਿਸ ਤਰ੍ਹਾਂ ਉਹ ਜਿਹੜੀ ਪੇਮੈਂਟ ਕਰੂਗੀ, ਕਿੱਦਾਂ ਉਹ ਕਾਲਜ ਨੇ ਜਿੱਥੇ ਪੜ੍ਹਾਈ ਕਰਨੀ ਹੈ ਉਹਨਾਂ ਦੀ ਚੁਆਇਸ ਕਰੂਗੀ, ਕਿਸ ਤਰ੍ਹਾਂ ਇਹ ਗਾਈਡ ਕਰਦੇ ਨੇ, ਉਹ ਸਾਰੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ। AOC ਇੰਟਰਨੈਸ਼ਨਲ ਦੇ ਓਨਰ ਕੁਲਵਿੰਦਰ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਸਰ, ਤੁਸੀਂ ਉਹ ਠੀਕ ਠਾਕ ਹੋ? ਬਿਲਕੁਲ ਸਹੀ ਜੀ। ਕੁਲਵਿੰਦਰ ਜੀ, ਕਿੰਨੇ ਸਮੇਂ ਤੋਂ ਤੁਸੀਂ ਇਹ ਆਫਿਸ ਖੋਲ੍ਹਿਆ ਹੋਇਆ? ਮੈਨੂੰ ਲੱਗਦਾ ਤੁਹਾਡਾ ਹੈੱਡ ਆਫਿਸ ਪਾਤੜਾਂ ਦੇ ਵਿੱਚ ਹੈ, ਇਸ ਟਾਈਮ ਅਸੀਂ ਸਮਾਣੇ 'ਚ ਬੈਠੇ ਹਾਂ। ਕਦੋਂ ਤੋਂ ਇਸ ਲਾਈਨ ਦੇ ਵਿੱਚੋਂ ਤੁਸੀਂ ਇਮੀਗ੍ਰੇਸ਼ਨ ਦੀ ਲਾਈਨ ਦੇ? ਸਰ ਲਾਸਟ 6 ਸਾਲ ਤੋਂ ਮੈਂ ਇਸ ਲਾਈਨ ਦੇ ਵਿੱਚ ਹਾਂ। ਪਹਿਲਾਂ ਕਿਸੇ ਨਾਲ ਚਲੋ ਪਾਰਟਨਰਸ਼ਿਪ 'ਚ ਸੀ। ਲਾਸਟ 5 ਸਾਲ ਤੋਂ ਮੈਂ ਆਪਣਾ ਪਰਸਨਲੀ AOC ਜਿਹੜਾ ਰਜਿਸਟਰਡ ਕੀਤਾ ਹੋਇਆ ਜੀ। ਪੰਜਾਬ ਗੌਰਮੈਂਟ ਤੋਂ ਬਕਾਇਦਾ ਅਸੀਂ ਲਾਇਸੈਂਸ ਲੈ ਕੇ ਬੈਠੇ ਹਾਂ। ਸਾਡੇ ਲਈ ਕੰਸਲਟੈਂਸੀ ਦਾ ਵੱਖਰਾ ਲਾਇਸੈਂਸ ਹੈ ਤੇ ਇੰਸਟੀਚਿਊਟ ਦਾ ਵੱਖਰਾ ਹੈ। ਓਕੇ, ਮੈਂ ਕਿਹੜੇ ਵੀਜ਼ੇ ਤੇ ਕੰਮ ਕਰ ਰਹੇ ਹੋ? ਸਰ ਅਸੀਂ ਮੋਸਟਲੀ ਸਾਡਾ ਵਰਕ ਹੈ ਜਿਹੜਾ ਸਟੱਡੀ ਵੀਜ਼ਾ ਤੇ ਹੈ, ਤਾਂ ਕਿ ਲੋਕਾਂ ਦੇ ਪੈਸੇ ਨਾ ਖਰਾਬ ਹੋਣ। ਬਹੁਤ ਸਾਰੇ ਏਜੰਟ ਤੁਹਾਨੂੰ ਪਤਾ ਹੈ ਕੀ ਕਰ ਰਹੇ ਨੇ, ਪਰ ਅਸੀਂ ਕਿਸੇ ਵੀ ਇਨਸਾਨ ਤੋਂ 1 ਰੁਪਈਆ ਵੀ ਅਸੀਂ ਐਡਵਾਂਸ ਨਹੀਂ ਲੈਂਦੇ। ਜੋ ਵੀ ਪੇਮੈਂਟ ਅਸੀਂ ਸਾਰੀ ਆਫਟਰ ਵੀਜ਼ਾ ਲੈਂਦੇ ਹਾਂ। ਓਕੇ, ਆਫਟਰ ਵੀਜ਼ਾ। ਉਹ ਮਤਲਬ ਜਿੱਥੇ ਜਿਹੜੀ ਕੰਟਰੀ ਸਟੂਡੈਂਟਸ ਬੱਚਾ ਜਾਣਾ ਚਾਹੁੰਦਾ ਹੈ ਉਹਨੂੰ ਤੁਸੀਂ ਦੱਸ ਦਿੰਦੇ ਹੋ ਵੀ ਇਹਦਾ ਖਰਚਾ ਇੰਨਾ, ਇਹਦਾ ਇੰਨਾ। ਹਾਂਜੀ ਸਰ, ਬਿਲਕੁਲ। ਉਹ ਅਲੱਗ-ਅਲੱਗ ਕੰਟਰੀਆਂ ਦੇ ਕਾਲਜ ਦੇ ਹਿਸਾਬ ਨਾਲ, ਯੂਨੀਵਰਸਿਟੀ ਦੇ ਹਿਸਾਬ ਨਾਲ ਸਾਰੇ ਉਹਦੇ ਪਰਿਵਾਰ ਨੂੰ ਦੱਸਿਆ ਜਾਂਦਾ ਵੀ ਇੰਨੀ ਤੁਹਾਡੀ ਜਿਹੜੀ ਰਕਮ ਲੱਗ ਜੂਗੀ। ਤੇ ਉਸ ਤੋਂ ਪਹਿਲਾਂ ਫਿਰ ਜੋ ਖਰਚੇ ਹੁੰਦੇ ਨੇ, ਜਿੱਦਾਂ ਕੋਈ ਤੁਹਾਡਾ ਐਮਬੈਸੀ ਫੀਸ ਹੈ ਜਾਂ ਕੋਈ ਹੋਰ ਡਾਕੂਮੈਂਟੇਸ਼ਨ ਦੇ ਸਾਰੇ ਚਾਰਜ, ਉਹ ਕੌਣ ਕਰਦਾ? ਸਰ ਐਮਬੈਸੀ ਫੀਸ ਚਾਹੇ ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ, ਉਹ ਹਮੇਸ਼ਾ ਸਟੂਡੈਂਟ ਜਾਂ ਕਲਾਇੰਟ ਦੀ ਹੁੰਦੀ ਹੈ। ਉਸ ਤੋਂ ਬਿਨਾਂ ਕੋਈ ਫੰਡ ਦਾ ਖਰਚਾ ਹੈ, ਇੰਸ਼ੋਰੈਂਸ ਦਾ ਖਰਚਾ ਹੈ, ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਹੈ, ਉਹ ਅਸੀਂ ਆਪੇ ਕਰਦੇ ਹਾਂ। ਆਪ ਪੇ ਕਰਦੇ ਹੋ? ਜਿੱਦਾਂ ਕਈ ਬੱਚਿਆਂ ਦੇ ਜਿਹੜੇ ਫੰਡ ਹੈ ਉਹ ਕੁਝ ਦਿਖਾਉਣੇ ਪੈਂਦੇ ਨੇ, ਕੁਛ ਨਾ ਕੁਛ, ਉਹ ਸਾਰੇ ਫਿਰ ਅਰੇਂਜ ਕੌਣ ਕਰਦਾ? ਸਰ ਫਾਈਨਾਂਸਰ ਨੇ ਸਾਡੇ ਨਾਲ ਜੁੜੇ ਹੋਏ, ਜਿਹੜੇ ਸਾਨੂੰ ਇੰਟਰਸਟ ਦੇ ਉੱਪਰ ਪੇਮੈਂਟ ਪ੍ਰੋਵਾਈਡ ਕਰਾਉਂਦੇ ਆ ਜੀ। ਮਤਲਬ ਉਹ ਤੁਹਾਡੇ ਭਰੋਸੇ ਦੇ ਉੱਤੇ ਉਹ ਬੱਚਿਆਂ ਦੇ ਖਾਤੇ 'ਚ ਜੋ? ਬਿਲਕੁਲ ਸਰ। ਓਕੇ, ਪਰ ਇਹੀ ਮੈਂ ਗੱਲ ਕਰਨੀ ਚਾਹੁੰਦਾ ਸੀ ਜੀ, ਅਸੀਂ ਕੋਸ਼ਿਸ਼ ਅਕਸਰ ਕਰਦੇ ਹਾਂ ਵੀ ਜਿਹੜੇ ਸਟੂਡੈਂਟਸ ਨੇ ਅੱਜ ਕੱਲ੍ਹ ਕਾਫੀ ਹੱਦ ਤੱਕ ਤੁਸੀਂ ਦੇਖਿਆ ਠੱਗੀ ਦਾ ਸ਼ਿਕਾਰ ਹੁੰਦੇ ਆ। ਅਸੀਂ ਜੈਨੂਇਨ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਸਹੀ ਕੰਮ ਕਰਦੇ ਨੇ
ਉਹਨਾਂ ਨੂੰ ਵੀ ਅਸੀਂ ਦਿਖਾਈਏ। ਜਦੋਂ ਕਿ ਅਸੀਂ ਮੀਡੀਆ ਲਾਈਨ ਦੇ ਵਿੱਚ ਕਾਫੀ ਹੱਦ ਤੱਕ ਇਦਾਂ ਦੇ ਟਰੈਵਲ ਏਜੰਟ ਦਿਖਾਏ ਨੇ ਜਿਨ੍ਹਾਂ ਦੇ ਆਫਿਸਾਂ 'ਚੋਂ ਅਸੀਂ 2-2 3-300 ਪਾਸਪੋਰਟ ਰਿਕਵਰ ਕੀਤਾ। ਉਸ ਤੋਂ ਬਾਅਦ ਪੁਲਿਸ ਉਹਨਾਂ ਨੂੰ ਲੱਭਦੀ ਰਹਿੰਦੀ ਹੈ ਤੇ ਬਹੁਤ ਲੋਕਾਂ ਨਾਲ ਫਰਾਡ ਹੋਇਆ। ਅਸੀਂ ਚਾਹੁੰਦੇ ਹਾਂ ਤੁਸੀਂ ਇਦਾਂ ਦੀ ਕੋਈ ਜਾਣਕਾਰੀ ਸਟੂਡੈਂਟਸ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਦਵੋ ਵੀ ਠੱਗੀ ਦੇ ਸ਼ਿਕਾਰ ਤੋਂ ਵੀ ਬਚਣ, ਤੇ ਸਿਰਫ ਤੁਸੀਂ ਨਹੀਂ, ਜਿਹੜੇ ਸਹੀ ਕੰਮ ਕਰਦੇ ਆ ਉਹਨਾਂ ਤੱਕ ਉਹ ਬੱਚੇ ਅਪਰੋਚ ਕਰਨ। ਸਰ ਦੇਖੋ, ਬਹੁਤ ਸਾਰੇ ਕਲਾਇੰਟ ਆਉਂਦੇ ਆ, ਮੇਰੇ ਕੋਲ ਵੀ ਆਉਂਦੇ ਆ, ਉਹਨਾਂ ਦਾ ਮੇਨ ਮੋਟਿਵ ਆ ਕੇ ਹੁੰਦਾ ਸਰ ਪੈਸੇ ਕਿੰਨੇ ਲਓਗੇ, ਹੈ ਨਾ, ਸਾਡੀ ਫਾਈਲ ਲੱਗ ਜੂਗੀ ਜਾਂ ਨਹੀਂ ਲੱਗ ਜੂਗੀ। ਸਰ ਫਾਈਲ ਤਾਂ ਤੁਸੀਂ ਚਾਹੇ 4.5 ਬੈਂਡ ਵਾਲੇ ਵੀ ਲਗਾ ਦਿਓ, ਗੱਲ ਹੁੰਦੀ ਵੀਜ਼ੇ ਦੀ। ਸਰ ਮੇਰਾ ਵੀਜ਼ਾ ਆ ਜਾਏਗਾ ਜਾਂ ਨਹੀਂ ਆਏਗਾ ਇਹ ਕੋਈ ਨਹੀਂ ਪੁੱਛਦਾ, ਆ ਕੇ ਪੁੱਛਦਾ ਫਾਈਲ ਲੱਗ ਜਾਏਗੀ ਜਾਂ ਨਹੀਂ ਲੱਗ ਜਾਏਗੀ। ਦੂਜਾ ਕਾਰਨ, ਠੱਗੀ ਦੇ ਸ਼ਿਕਾਰ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ। ਕੋਈ ਵੀ ਇਨਸਾਨ, ਕੋਈ ਵੀ ਕਲਾਇੰਟ ਮੈਨੂੰ ਆ ਕੇ ਇਹ ਨਹੀਂ ਪੁੱਛਦਾ ਸਰ ਤੁਸੀਂ ਫਾਈਲ ਤਾਂ ਲਾ ਰਹੇ ਹੋ, ਤੁਹਾਡੇ ਲਵੇ ਪਰਮਿਸ਼ਨ ਹੈ, ਤੁਹਾਡੇ ਲਵੇ ਲਾਇਸੈਂਸ ਹੈ, ਤੁਸੀਂ ਪੰਜਾਬ ਗਵਰਨਮੈਂਟ ਤੋਂ ਰਜਿਸਟਰਡ ਹੋ। ਸਰ 10% ਕੀ 5% ਲੋਕ ਵੀ ਨਹੀਂ ਚੀਜ਼ ਪੁੱਛਦੇ, ਸਿਰਫ ਆ ਕੇ ਕਹਿੰਦੇ ਨੇ ਅਸੀਂ ਬਾਹਰ ਜਾਣਾ ਹੈ। ਹਾਂ, ਬਸ ਆ ਕੇ ਅਸੀਂ ਬਾਹਰ ਜਾਣਾ ਹੈ ਸਰ, ਪੈਸੇ ਕਿੰਨੇ ਲੱਗਣਗੇ। ਇਹ ਹੁਣ ਦੱਸਣ ਦਾ ਕਾਰਨ ਇਹੀ ਹੈ ਵੀ ਦੇਖੋ, ਸਟੂਡੈਂਟਸ ਜਾਂ ਉਹਦੇ ਪੇਰੈਂਟਸ ਆ ਜਾਂ ਜਿਹਨੇ ਵੀ ਬਾਹਰ ਜਾਣਾ ਉਹਦੀ ਆਪਣੀ ਵੀ ਕੋਈ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਿੱਥੇ ਅਸੀਂ ਅਪਲਾਈ ਕਰਦੇ ਆ ਉਹਨੂੰ ਘੱਟੋ ਘੱਟ ਚੈੱਕ ਤਾਂ ਕਰੋ ਵੀ ਕਿੱਥੋਂ ਰਜਿਸਟਰਡ ਹੈ ਜਾਂ ਉਹ ਕਿੱਥੋਂ ਬਿਲੋਂਗ ਕਰਦੇ ਨੇ, ਉਹ ਜੈਨੂਨ ਤਰੀਕੇ ਨਾਲ ਉਹਨਾਂ ਦੇ ਆਪਣੇ ਪੇਪਰ ਹੈ ਕਿ ਨਹੀਂ। ਜ਼ਿਆਦਾ ਹੱਦ ਤੱਕ ਅਸੀਂ ਦੇਖਿਆ ਜਦੋਂ ਵੀ ਅਸੀਂ ਕਿਸੇ ਟਰੈਵਲ ਏਜੰਟ ਦੇ ਆਫਿਸਾਂ 'ਚ ਜਾਂਦੇ ਆ, ਉਹਨਾਂ ਦੇ ਓਨਰ ਹੀ ਨਹੀਂ ਲੱਭਦੇ ਕਿਉਂਕਿ ਉਹਨਾਂ ਦਾ ਆਪਣਾ ਸਟਾਫ ਘੁਮਾ ਕੇ ਬੱਚਿਆਂ ਨੂੰ ਉੱਥੇ ਮੁੜ ਜਾਂਦਾ। ਜਦੋਂ ਠੱਗੀ ਦਾ ਸ਼ਿਕਾਰ ਹੋ ਜਾਂਦਾ ਬੰਦਾ ਤੇ ਫਿਰ ਲੱਭਦੇ ਰਹਿੰਦੇ ਨੇ ਵੀ ਓਨਰ ਕਿੱਥੇ ਹੈ। ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਵੀਰ? ਸਰ ਮੈਂ ਪਾਤੜ ਤੋਂ ਬਿਲੋਂਗ ਕਰਦਾ ਜੀ। ਮੇਰਾ ਜਿਹੜਾ ਰਹਾਇਸ਼ੀ ਪਿੰਡ ਵੀ ਹੈ ਖੇੜੀ ਨਗਾਈ ਆ ਜੀ, ਤੇ ਮੇਰਾ ਪਿੰਡ 'ਚ ਵੀ ਘਰ ਹੈ, ਮੇਰਾ ਪਾਤੜਾਂ 'ਚ ਵੀ ਰਿਹਾਇਸ਼ ਹੈ। ਤੇ ਆਫਿਸ ਕਿੱਥੇ ਆਫਿਸ ਸਰ ਮੇਰਾ ਪਾਤੜਾਂ 'ਚ ਹੈ, ਪਟਿਆਲਾ 'ਚ ਹੈ, ਸਮਾਣਾ 'ਚ ਹੈ, ਚੀਕਾ 'ਚ ਹੈ, ਹਿਸਾਰ 'ਚ ਹੈ। ਤੇ ਸਭ ਤੋਂ ਪਲੱਸ ਪੁਆਇੰਟ ਇਹ ਹੈ ਵੀ ਜਿਹੜੇ ਮੇਰੇ ਸੈਕੰਡ ਆਫਿਸ ਨੇ, ਜਿੰਨੇ ਵੀ ਆਫਿਸ ਨੇ, ਉੱਥੇ ਮੇਰੇ ਜਿਹੜੇ ਨਾਲ ਵਾਲੇ ਪਾਰਟਨਰ ਨੇ ਉਹ ਖੁਦ ਸੀਟਿੰਗ ਲੈਂਦੇ ਆ। ਕੋਈ ਵੀ ਸਟਾਫ ਜਾਂ ਬ੍ਰਾਂਚ ਮੈਨੇਜਰ ਨਹੀਂ ਹੈਂਡਲ ਕਰਦਾ ਵੀ ਕਿਸੇ ਨਾਲ ਉਹ 2 ਨੰਬਰੀ ਦੀ ਫਰਾਡ ਕਰ ਸਕੇ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨਾਲ ਠੱਗੀ ਮਾਰ ਸਕੇ। ਸਾਰੇ ਪਰਸਨਲੀ ਬੈਠਦੇ ਅਸੀਂ, ਪਰਸਨਲੀ ਬੈਠਦੇ ਆ। ਤੇ ਅੱਜ ਅਸੀਂ ਆਫਿਸ ਦੇ ਵਿੱਚ ਦੇਖਿਆ 7-8 ਬੱਚਿਆਂ ਦੇ ਵੀਜ਼ੇ ਆਏ ਨੇ ਤੇ ਅਸੀਂ ਮਿਲੇ ਵੀ ਆ, ਗੱਲਬਾਤ ਵੀ ਕੀਤੀ ਹੈ। ਤੇ ਕਿਸ ਤਰ੍ਹਾਂ ਜ਼ਿਆਦਾ ਇੱਕ ਮੈਂ ਸਭ ਤੋਂ ਵੱਧ ਦੇਖਿਆ ਵੀ ਤੁਹਾਡਾ ਦਿੜਬੇ ਏਰੀਆ ਨਾਲ ਜ਼ਿਆਦਾ ਪਿਆਰ ਲੱਗਦਾ ਕੁਛ। ਸਰ ਮੇਰੇ ਨਾਲ ਦਿੜਬਾ ਏਰੀਆ ਹੋ ਗਿਆ, ਇੱਧਰ ਗੰਡੂਆ ਸਨਾਮ ਮਾਨਸਾ ਏਰੀਆ ਹੋ ਗਿਆ, ਹੈ ਨਾ। ਨਹੀਂ, ਇੱਕ ਦਿਨ 'ਚ 5-7 ਇੱਕ ਏਰੀਏ ਦੇ ਬੱਚਿਆਂ ਦੇ ਵੀਜ਼ੇ ਆ ਗਏ, ਬਾਕੀ ਮੈਂ ਗੱਲ ਕਰਾਂਗਾ ਹੋਰ ਨਾਲ ਵੀ। ਮਤਲਬ ਇਦਾਂ ਲੱਗਦਾ ਬੜੀ ਅਟੈਚਮੈਂਟ ਆ ਉੱਥੇ। ਬਿਲਕੁਲ ਸਰ, ਮੇਰੇ ਲਵੇ ਦੇਖੋ ਪਹਿਲਾਂ ਮੈਂ ਕੁਛ ਟਾਈਮ ਕਿਤੇ ਜੌਬ ਕਰਦਾ ਸੀ, ਸਕੂਲ 'ਚ ਵਧੀਆ ਪੋਸਟ ਜੌਬ ਕਰਦਾ ਸੀ। ਦਿੜਬੇ ਏਰੀਆ ਦੇ ਬਹੁਤ ਸਾਰੇ ਪੇਰੈਂਟਸ ਮੇਰੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੂੰ ਮੇਰੇ ਤੇ ਬਿਲੀਵ ਸੀ ਵੀ ਜੋ ਸਰ ਕਮੈਂਟਮੈਂਟ ਕਰਨਗੇ ਉਹ ਫਾਈਨਲ ਉਤਰਨਗੇ ਉਸ ਦੇ ਉੱਪਰ। ਇਸ ਕਰਕੇ ਦਿੜਬੇ ਏਰੀਆ ਦੇ ਲੋਕ ਮੇਰੇ ਨਾਲ ਜ਼ਿਆਦਾ ਨੇ। ਚਲੋ ਦੇਖ ਕੇ ਹੋਰ ਵੀ ਬਹੁਤ ਸਾਰੇ ਏਰੀਆ ਦੇ ਬੰਦੇ ਸਾਡੇ ਕੋਲ ਆਉਂਦੇ ਆ, ਪਰ ਚਲੋ ਇੱਕ ਬਾਏ ਲੱਕ ਇੱਕੋ ਏਰੀਆ ਦੇ ਵੀਜ਼ੇ ਇੱਕ ਟਾਈਮ ਆਏ ਨੇ ਤੇ ਉਹਨਾਂ ਦੀ ਕਿਸਮਤ ਹੀ ਆ ਵੀ ਇੱਕ। ਅੱਛਾ, ਮੈਂ ਇਹ ਦੇਖੋ ਕਈ ਵਾਰੀ ਹੁੰਦਾ ਜਦੋਂ ਕਿਤੇ ਵੀਜ਼ੇ ਆਉਂਦੇ ਆ ਤੇ ਕਈ ਅਸੀਂ ਏਜੰਟਾਂ ਦੇ ਦੇਖਿਆ ਉਹ ਬੱਚਿਆਂ ਦਾ ਠੀਕ ਹੈ ਦੱਸਣਾ ਵੀ ਬਣਦਾ, ਪਰ ਕਈ ਜਗ੍ਹਾ ਤੇ 90% ਰਿਫਿਊਜ਼ਲਾਂ ਹੁੰਦੀਆਂ ਨੇ। ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ। ਜੇ 100 ਦੇ ਵਿੱਚੋਂ 10 ਵੀਜ਼ੇ ਆ ਗਏ ਸਿਰਫ ਉਹੀ ਗੱਲ ਕੀਤੀ ਜਾਂਦੀ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਰ ਇਹਦੇ ਲਈ ਮੈਂ ਕੁਝ ਨਹੀਂ ਕਹਿਣਾ। ਮੇਰੇ ਨਾਲੋਂ ਜ਼ਿਆਦਾ ਜੋ ਮੇਰੇ ਕਲਾਇੰਟ ਨੇ, ਤੁਸੀਂ ਸ਼ਾਇਦ ਉਹਨਾਂ ਨੂੰ ਪੁੱਛੀ ਵੀ ਲਿਆ ਹੋਣਾ, ਰੱਬ ਦੀ ਕਿਰਪਾ ਆਪਣੇ ਤੇ ਅੱਜ ਤੱਕ ਸਾਡੀ ਕੋਈ ਰਿਫਿਊਜ਼ਲ ਨਹੀਂ ਆਈ, ਫਿਲਹਾਲ ਹੁਣ ਤੱਕ ਨਹੀਂ ਆਈ। ਆਉਣ ਵਾਲਾ ਫਿਊਚਰ ਕੀ ਕਹਿੰਦੇ ਉਹ ਅਸੀਂ ਕੁਝ ਨਹੀਂ ਕਹਿ ਸਕਦੇ ਨਾ, ਹੈ ਨਾ। ਮੇਰੇ ਨਾਲੋਂ ਜ਼ਿਆਦਾ ਮੇਰੇ ਕਲਾਇੰਟ ਇੱਧਰ ਉੱਧਰ ਤੋਂ ਪਤਾ ਕਰਦੇ ਨੇ ਵੀ ਇਹਨਾਂ ਦਾ ਕੰਮ ਕਿੱਦਾਂ ਹੈ ਤੇ ਕੋਈ ਸਕਸੈਸ ਰੇਟ ਕੀ ਹੈ ਨਾ। ਉਹ ਸਾਰੇ ਇੱਧਰ ਉੱਧਰ ਪਤਾ ਕਰਕੇ ਫਿਰ ਹੀ ਆਉਂਦਾ। ਤੇ ਅਸੀਂ ਤਾਂ ਇਸ ਹੱਦ ਤੱਕ ਵੀ ਦੇਖਿਆ ਜਿਹੜੇ ਆਪਣੇ ਕੋਲੇ ਅੱਜ 10 ਬੱਚੇ ਮੰਨ ਲਓ ਆ ਗਏ, ਉਹਨਾਂ ਦੇ ਹੀ ਕਾਗਜ਼ਾਤ ਕਈ ਵਾਰੀ ਹੋਰ ਟਰੈਵਲ ਏਜੰਟ ਕੋਲੇ ਹੁੰਦੇ ਆ, ਉਹ ਵੀ ਉਹੀ ਦਿਖਾ ਦਿੰਦੇ ਨੇ ਵੀ ਅਸੀਂ ਵੀਜ਼ੇ ਲਵਾਏ ਨੇ, ਤੀਜਾ ਵੀ ਦਿਖਾ ਦਿੰਦਾ। ਇਸ ਤਰ੍ਹਾਂ ਵੀ ਬਹੁਤ ਹੋ ਰਿਹਾ। ਬਿਲਕੁਲ ਹੋ ਰਿਹਾ ਹੋਏਗਾ ਸਰ, ਦੁਨੀਆ ਕਰ ਰਹੀ ਹੈ, ਕੌਣ ਕਿੱਥੇ ਫਰਾਡ ਕਰ ਰਿਹਾ ਆਪਾਂ ਨੂੰ ਨਹੀਂ ਪਤਾ ਨਾ, ਕਿਤੇ ਕਰ ਰਿਹਾ। ਪਰ ਜਿਹੜੇ ਫੋਟੋ ਸਾਡੇ ਲਵੇ ਸਾਡੇ ਆਫਿਸ 'ਚ ਹੋਊਗੀ ਉਹ ਕਿਸੇ ਅਦਰ ਏਜੰਟ ਦੇ ਆਫਿਸ 'ਚ ਅਗਰ ਤੁਹਾਨੂੰ ਦਿਖਦੀ ਹੈ ਕਿਤੇ ਤਾਂ ਅਸੀਂ ਜ਼ਿੰਮੇਵਾਰ। ਹੋਰ ਕੀ ਕਹਿਣਾ ਚਾਹੁੰਦੇ ਹੋ? ਦੇਖੋ ਤੁਹਾਡੇ ਕੋਲੇ ਸਿਰਫ ਇਹੀ ਨਹੀਂ, ਮੈਂ ਨਹੀਂ ਚਾਹੁੰਦਾ ਵੀ ਇਹ ਏਰੀਏ ਨੂੰ ਕੋਈ ਫਾਇਦਾ ਮਿਲੇ। ਜੇ ਫਾਇਦਾ ਮਿਲਦਾ, ਕੋਈ ਚੰਗਾ ਕੰਮ ਕਰਦਾ, ਪੂਰੇ ਪੰਜਾਬ ਦੇ ਬੱਚੇ ਤੁਹਾਡੇ ਨੇੜੇ ਹਰਿਆਣਾ ਹੈ ਉੱਥੇ ਦੇ ਬੱਚੇ ਵੀ ਆ ਕੇ ਇੱਥੇ ਤੁਹਾਡੇ ਨਾਲ ਗੱਲ ਕਰ ਸਕਣ। ਕੀ ਕਹਿਣਾ ਚਾਹੁੰਦੇ? ਸਰ ਬੱਚਿਆਂ ਦੇ ਫਿਊਚਰ ਲਈ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਬੱਚੇ ਵਧੀਆ ਤੋਂ ਵਧੀਆ ਬੈਂਡ ਲੈਣ, ਸਟੱਡੀਜ਼ ਗੈਪ ਨਾ ਪੈਣ ਦੇਣ। ਤੇ ਅੱਜ ਕੱਲ੍ਹ ਪੈਕੇਜ ਦੀ ਜਿਹੜੀ ਫੈਸਿਲਿਟੀ ਹੈ ਸਾਰੇ ਕਿਤੇ ਪ੍ਰੋਵਾਈਡ ਹੈ। ਕਿਸੇ ਨੂੰ ਵੀ 1 ਰੁਪਈਆ ਐਡਵਾਂਸ ਨਾ ਲੈਣ, ਨਾ ਮੈਂ ਕਿਸੇ ਨੂੰ ਰੁਪਈਆ ਐਡਵਾਂਸ ਦੇਣ ਲਈ ਰਿਕਮੈਂਡ ਕਰਾਂਗਾ, ਨਾ ਮੈਂ ਖੁਦ ਲੈਣਾ। ਠੀਕ ਹੈ ਨਾ ਜੀ। ਜੇ ਕੋਈ ਐਸੀ ਵੈਸੀ ਗੱਲ ਹੋ ਜੇ ਜਿਹੜਾ ਖਰਚਾ ਕੀਤਾ ਫਿਰ ਉਹ ਤੁਹਾਡੇ ਉਹਦੇ ਲਈ ਅਸੀਂ ਬੱਚੇ ਤੋਂ ਐਗਰੀਮੈਂਟ ਕਰਾ ਕੇ ਰੱਖਦੇ ਹਾਂ, ਬਕਾਇਦਾ ਇੱਕ ਐਫੀਡੇਵਿਟ ਲੈਂਦੇ ਹਾਂ, 2 ਚੈੱਕ ਵੀ ਲੈ ਕੇ ਰੱਖਦੇ ਹਾਂ ਤੇ ਐਫੀਡੇਵਿਟ ਲਿਖਾ ਕੇ ਰੱਖਦੇ ਹਾਂ ਕਿ ਇੰਨੇ ਪੈਸਿਆਂ 'ਚ ਅਸੀਂ ਸਟੱਡੀ ਵੀਜ਼ਾ ਲੈ ਰਹੇ ਹਾਂ। ਕੱਲ੍ਹ ਨੂੰ ਅਗਰ ਅਸੀਂ ਮੁੱਕਰਦੇ ਹਾਂ ਤਾਂ ਸਰ ਸਾਡੇ ਅਕਾਊਂਟ 'ਚ ਪੇਮੈਂਟ ਲੈਣ ਦੇ ਜ਼ਿੰਮੇਵਾਰ ਨੇ। ਜੇ ਚਲੋ ਕੋਈ ਚਾਂਸ ਵੈਸੇ ਨਾ ਹੋਵੇ, ਹਾਲ ਤੱਕ ਨਹੀਂ ਹੋਇਆ, ਜੇ ਕੋਈ ਰਿਫਿਊਜ਼ਲ ਵੀ ਆ ਜਾਂਦੀ ਹੈ ਤੇ ਉਹ ਖਰਚਾ ਫਿਰ ਤੁਹਾਡਾ ਜਿਹੜਾ ਲੱਗਦਾ ਸਾਰਾ ਉਹ ਲੱਗਿਆ ਫਿਰ ਗਿਆ, ਉਹ ਸਾਡੇ ਕੋਲ ਪੈ ਗਿਆ ਜੀ। ਮਤਲਬ ਇਸੇ ਲਈ ਤੁਹਾਡੀ ਕੋਸ਼ਿਸ਼ ਇਹ ਰਹਿੰਦੀ ਹੈ ਵੀ ਕੋਈ ਰਿਫਿਊਜ਼ਲ ਨਾ ਆਵੇ।
ਸਰ ਇਹ ਰੀਜ਼ਨ ਹੈ ਕਿ ਅਸੀਂ ਵਧੀਆ ਪ੍ਰੋਫਾਈਲ ਹੀ ਫੜਦੇ ਹਾਂ। ਮਾੜੀ ਪ੍ਰੋਫਾਈਲ ਅਸੀਂ ਕਦੇ ਵੀ ਕਿਸੇ ਬੱਚੇ ਦੀ ਨਹੀਂ ਫੜਦੇ ਤੇ ਨਾ ਹੀ ਅਸੀਂ ਬੱਚੇ ਦੇ ਫਿਊਚਰ ਨਾਲ ਖਿਲਵਾੜ ਕਰਦੇ ਹਾਂ। ਤੁਹਾਨੂੰ ਨਹੀਂ ਲੱਗਦਾ ਵੀ ਜੇ ਕੋਈ ਤੁਹਾਡੇ ਕੋਲੇ ਬੱਚਾ ਜਾਂ ਕੋਈ ਹੋਰ ਸਟੂਡੈਂਟਸ ਤੋਂ ਬਿਨਾਂ ਵੀ ਕੋਈ ਬਾਹਰ ਜਾਣ ਵਾਲਾ ਆਉਂਦਾ ਹੈ, ਉਹਦੀ ਪ੍ਰੋਫਾਈਲ ਦੇਖ ਕੇ ਜੇ ਤੁਸੀਂ ਉਹਨੂੰ ਕਹਿੰਦੇ ਹੋ ਵੀ ਯਾਰ ਤੇਰੇ ਚਾਂਸ ਘੱਟ ਲੱਗਦੇ ਆ, ਤਾਂ ਉਹਨੂੰ ਐਂ ਲੱਗਦਾ ਹੋਣਾ ਵੀ ਇਹ ਤਾਂ ਸਾਡੇ ਦੁਸ਼ਮਣੀ ਨੇ? ਬਿਲਕੁਲ ਸਰ। ਫਿਰ ਉਹ ਚੰਡੀਗੜ੍ਹ ਜਾਂਦਾ, ਪਟਿਆਲੇ ਜਾਂਦਾ। ਦੇਖੋ ਸਾਡੇ ਤਾਂ ਲੋਕਲ ਏਰੀਆ ਦੇ ਲੋਕ ਜੁੜੇ ਹੋਏ ਨੇ। ਕੱਲ ਨੂੰ ਕਿਸੇ ਦੀ ਰਿਫਿਊਜ਼ਲ ਆਉਂਦੀ ਹੈ, ਕੋਈ ਕਿਸੇ ਦਾ ਪੈਸਾ ਖਰਾਬ ਹੁੰਦਾ ਹੈ, ਸਾਡੀ ਫੇਸ ਵੈਲਿਊ ਹੈ। ਅਸੀਂ ਸਾਹਮਣੇ ਸੀਟ ਤੇ ਬਹਿ ਕੇ ਉਹਨਾਂ ਅੱਖਾਂ ਨਹੀਂ ਮਿਲਾ ਸਕਦੇ। ਬਹੁਤ ਵੱਡੀ ਜ਼ਿੰਮੇਵਾਰੀ ਹੋ ਜਾਂਦੀ ਹੈ। ਕਿਸੇ ਪਾਤੜ ਏਰੀਆ ਦੇ ਬੰਦੇ ਨਾਲ, ਕੋਈ ਚੰਡੀਗੜ੍ਹ ਦਾ, ਕਰਨਾਲ ਦਾ, ਜਲੰਧਰ ਦਾ, ਹੈ ਨਾ, ਅਦਰ ਕੋਈ ਵੀ ਏਜੰਟ ਦੂਰ ਦਾ ਮੀਨਸ ਕੋਈ ਫਰਾਡ ਕਰ ਜਾਂਦਾ ਹੈ ਤਾਂ ਉਹ ਕਰ ਸਕਦਾ ਜੀ। ਉਹਨੇ ਕਿਹੜਾ ਦੁਬਾਰਾ ਉਹਨੂੰ ਕਦੇ ਫੇਸ ਕਰਨਾ? ਸਾਨੂੰ ਇਹ ਟੈਨਸ਼ਨ ਹੁੰਦੀ ਹੈ ਜੀ ਕਿਸੇ ਬੰਦੇ ਦੇ 2 ਰੁਪਏ ਵੀ ਖਰਾਬ ਹੋ ਗਏ, ਕੱਲ ਨੂੰ ਇਹਨੂੰ ਵਾਪਸ ਦੇਣੇ ਪੈ ਜਾਣਗੇ। ਮਤਲਬ ਕਹਿਣ ਦਾ ਇਹ ਹੈ ਵੀ ਜੇ ਉਹਨਾਂ ਕੋਲ ਜਿਹੜਾ ਚਲਾ ਗਿਆ ਉਹਨੇ ਕਹਿਣਾ ਆ ਹੀ ਜਾਓ ਸਰ। ਲੋਕ ਪੂਰੇ 4.5 ਬੈਂਡ ਵਾਲਿਆਂ ਦੀ ਵੀ ਫਾਈਲਾਂ ਲਾਈ ਜਾ ਰਹੇ ਨੇ, ਜਦ ਕਿ ਸਾਨੂੰ ਕਲੀਅਰ ਕੱਟ ਪਤਾ ਵੀ ਉਹਦੀ ਰਿਫਿਊਜ਼ਲ ਹੈ। ਅਸੀਂ ਕਈ ਜਗ੍ਹਾ ਤੇ ਦੇਖਿਆ, ਅਸੀਂ ਵੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਵੀ ਜਦੋਂ ਕੋਈ ਇਦਾਂ ਦੀ ਗਾਈਡੈਂਸ ਲੋਕਾਂ ਨੂੰ ਮਿਲਦੀ ਰਹੇ, ਕਿਉਂਕਿ ਅੱਜ ਐਸਾ ਰੁਝਾਨ ਹੈ। ਦੇਖੋ ਚੰਗੀ ਗੱਲ ਹੈ ਬਾਹਰ ਜਾ ਕੇ ਕੋਈ ਤਰੱਕੀ ਕਰੇ, ਤਰੱਕੀ ਕਰਕੇ ਆਪਣੇ ਦੇਸ਼ ਦੇ ਵਿੱਚ ਆ ਕੇ ਵਾਪਸ ਪੈਸੇ ਵੀ ਇਨਵੈਸਟ ਕਰੇ। ਤੁਸੀਂ ਇਹ ਨਹੀਂ ਲੱਗਦਾ ਵੀ ਕੁਛ ਨਾ ਕੁਛ ਬੱਚੇ ਨੇ ਜਿਹੜੇ ਸਿਰਫ ਅਲਵਿਦਾ ਕਹਿਣ ਲਈ ਲੱਗ ਪਏ ਅਸੀਂ ਇੱਥੇ ਰਹਿਣਾ ਹੀ ਨਹੀਂ? ਬਿਲਕੁਲ ਸਰ। ਉਰੇ ਬੱਚਿਆਂ ਦਾ ਕੀ, ਅੱਗੇ ਹਰ ਕੋਈ ਬੰਦਾ ਆਪਣਾ ਫਿਊਚਰ ਸੇਫ ਦੇਖਣਾ ਚਾਹੁੰਦਾ ਹੈ, ਪਰ ਪੰਜਾਬ ਦੇ ਵਿੱਚ ਇਸ ਟਾਈਮ ਬੱਚੇ ਨੂੰ ਆਪਣਾ ਫਿਊਚਰ ਸੇਫ ਨਹੀਂ ਲੱਗ ਰਿਹਾ। ਤਾਂ ਕਰਕੇ ਜਿਹੜੇ ਬੱਚਿਆਂ ਦੇ ਅਗਲਾ ਆਪਣੇ ਪੇਰੈਂਟਸ ਦੀ ਕਰੀ ਤਾਂ ਸੋਚਣੀ ਹੈ, ਉਹ ਸੋਚਦਾ ਬਾਹਰ ਭੇਜ ਕੇ 4 ਪੈਸੇ ਦੀ ਇਨਕਮ ਵੀ ਹੋਊਗੀ ਤੇ ਅੱਗੇ ਬੱਚਿਆਂ ਦੀ ਅੱਗੇ ਜਿਹੜੀ ਅਗਲੀ ਪੀੜ੍ਹੀ ਹੋਊ ਉਹ ਤਾਂ ਬਿਲਕੁਲ ਹੀ ਸੇਫ ਰਹੇਗੀ ਅਗਰ ਉਹ ਜਨਮ ਬਾਹਰ ਦੇ ਹੋ ਜਾਂਦੇ। ਚਲੋ ਇਹ ਵਿਸ਼ਾ ਕੁਝ ਹੋਰ ਹੈ। ਇਸ ਵਿਸ਼ੇ ਤੇ ਕਿਉਂ ਬੱਚੇ ਜਿਹੜੇ ਬਾਹਰ ਦੀ ਦੌੜ 'ਚ ਲੱਗੇ ਨੇ, ਇਸ ਵਿਸ਼ੇ ਤੇ ਆਪਾਂ ਫੇਰ ਗੱਲਬਾਤ ਕਰਾਂਗੇ, ਕਿਉਂਕਿ ਅੱਜ ਸਾਡਾ ਹਾਂਜੀ ਇੱਕ ਮਿੰਟ ਸਰ, ਮੇਰੀ ਇੱਕ ਲਾਸਟ ਕੁਐਸਚਨ ਮੇਰੀ ਲਾਸਟ ਰਿਕੁਐਸਟ ਹੈ ਇੱਕ ਤੁਹਾਨੂੰ। ਬੱਚਿਆਂ ਨੂੰ ਮੈਂ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਜਿਹੜੇ ਬੱਚੇ ਨੇ ਆਸਟ੍ਰੇਲੀਆ ਜਾਣ ਦਾ ਡ੍ਰੀਮ ਰੱਖਦੇ ਨੇ, ਉਹ +2 ਤੋਂ ਬਾਅਦ ਬਿਲਕੁਲ ਵੀ 3 ਮਹੀਨੇ ਤੋਂ 4 ਮਹੀਨੇ ਵਿੱਚ ਆਪਣੀ ਆਇਲਸ ਕਰਨ, ਉਸ ਤੋਂ ਬਾਅਦ ਆਪਣਾ ਡ੍ਰੀਮ ਪੂਰਾ ਕਰਨ। +2 ਤੋਂ ਬਾਅਦ ਜਿਹੜੇ ਬੱਚੇ ਦਾ 1 ਸਾਲ ਤੋਂ 2 ਸਾਲ ਦਾ ਗੈਪ ਹੋ ਗਿਆ, ਕਦੇ ਵੀ ਬੱਚੇ ਦਾ ਵੀਜ਼ਾ ਨਹੀਂ ਆ ਸਕਦਾ। ਸਿਰਫ 10% ਚਾਂਸ ਨੇ ਤੁਹਾਡਾ। ਉਸ ਤੋਂ ਬਿਨਾਂ ਤੁਹਾਡੇ ਪੈਸੇ ਖਰਾਬ ਹੋਣਗੇ ਅਗਰ ਜ਼ਬਰਦਸਤੀ ਕਰੋਗੇ। 2 ਸਾਲ ਦਾ ਗੈਪ ਤੁਸੀਂ ਕੈਨੇਡਾ ਜਾ ਸਕਦੇ ਹੋ। ਅਗਰ 3 ਸਾਲ ਤੋਂ ਬਾਅਦ ਦਾ ਗੈਪ ਹੋ ਗਿਆ ਤਾਂ ਤੁਸੀਂ ਇੱਕੋ ਕੰਟਰੀ ਤੁਹਾਡੇ ਲਈ ਬਚੀ ਹੈ, ਸਿਰਫ UK। ਤੁਸੀਂ UK ਜਾਓ, ਆਪਣਾ ਸਕਸੈਸਫੁਲੀ ਵੀਜ਼ਾ ਲਓ, ਉਸ ਤੋਂ ਬਾਅਦ ਤੁਸੀਂ ਉੱਥੋਂ ਮੂਵ ਹੋ ਸਕਦੇ ਹੋ। ਗੈਪ ਪੈਣ ਤੋਂ ਬਾਅਦ ਆਪਣੇ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ। ਹਾਂ, ਇਹ ਬਹੁਤ ਵੱਡੀ ਗੱਲ ਤੁਸੀਂ ਕਹੀ ਹੈ। ਤੁਹਾਡਾ ਫਰਜ਼ ਬਣਦਾ ਇਹ ਗੱਲ ਦੱਸਣ ਦਾ, ਕਿਉਂਕਿ ਸਾਨੂੰ ਕਈ ਵਾਰੀ ਐਸਾ ਹੁੰਦਾ ਜਿਹੜੀ ਤੁਹਾਡੀ ਲਾਈਨ ਹੈ ਇਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਬੱਚਾ ਤੁਹਾਡੇ ਨੂੰ ਡੀਲ ਕਰਦੇ ਹੋ। ਇੱਕ ਬਿਨਾਂ ਆਈਲਸ ਤੋਂ ਜਾਣ ਦਾ, ਪੜ੍ਹਨ ਦਾ ਕਿੱਥੇ ਕਿੱਥੇ ਚਾਂਸ? ਸਰ ਬਿਨਾਂ ਆਇਲਸ ਤੋਂ ਤੁਸੀਂ ਕਿਤੇ ਨਹੀਂ ਜਾ ਸਕਦੇ। ਪੰਜਾਬ ਤੇ ਹਰਿਆਣਾ ਖਾਸ ਕਰ ਇੱਕ UK ਹੈ ਜਿਹੜਾ ਸਾਨੂੰ ਵਿਦਆਊਟ ਆਇਲਸ ਸਾਨੂੰ ਅਸੈਪਟ ਕਰਦਾ ਹੈ, ਪਰ ਉਹ ਸਾਨੂੰ ਮੀਨਸ ਇੰਡੀਅਨ ਨੂੰ ਕਰਦਾ। ਪੰਜਾਬ ਤੇ ਹਰਿਆਣਾ ਉੱਥੇ ਵੀ ਬੈਨ ਹੈ। ਵਿਦਆਊਟ ਆਇਲਸ ਤੁਸੀਂ ਕਿਤੇ ਵੀ ਟਰਾਈ ਨਾ ਕਰੋ, ਤੁਹਾਡਾ ਸਮਾਂ ਵੀ ਬਰਬਾਦ ਹੈ ਤੇ ਤੁਹਾਡੇ ਪੈਸੇ ਵੀ ਬਰਬਾਦ ਹੈ। ਤੇ USA ਦੇ ਵਿੱਚ ਬੜੀਆਂ ਅਸੀਂ ਡੇਲੀ ਦੇਖ ਰਹੇ ਹਾਂ ਫੇਸਬੁੱਕ ਦੇ ਉੱਤੇ ਵੀ ਸਾਡੇ ਕੋਲ ਆਓ, ਆਈਲਸ ਦੀ ਜ਼ਰੂਰਤ ਹੀ ਹੈ ਨਹੀਂ। ਬਿਲਕੁਲ ਜ਼ਰੂਰਤ ਨਹੀਂ ਸਰ। US ਦਾ ਪ੍ਰੋਪਰਲੀ ਜਿਹੜਾ ਵੀਜ਼ਾ ਨਾ ਉਹ ਇੰਟਰਵਿਊ ਬੇਸਡ ਹੈ। ਤੁਹਾਡੀ ਅੱਧੇ ਪੌਣੇ ਘੰਟੇ ਦੀ ਵਿਦ ਇੰਗਲਿਸ਼ ਕਨਵਰਸੇਸ਼ਨ ਤੁਹਾਡੀ ਇੰਟਰਵਿਊ ਹੋਏਗੀ। ਅਗਰ ਤੁਸੀਂ ਸਕਸੈਸਫੁਲੀ ਕਲੀਅਰ ਕਰ ਲੈਂਦੇ ਹੋ ਤਾਂ ਤੁਹਾਨੂੰ ਵੀਜ਼ਾ ਮਿਲੇਗਾ, ਅਦਰਵਾਈਜ਼ ਤੁਸੀਂ ਰਿਫਿਊਜ਼ ਹੋਵੋਗੇ। ਪਰ ਇੰਟਰਵਿਊ ਤੱਕ ਪਹੁੰਚਣ ਲਈ ਵੀ ਸਾਨੂੰ 1 ਲੱਖ ਰੁਪਏ ਕਾਸਟ ਲਗਾਉਣੀ ਪੈਗੀ ਜੇਬ ਦੇ ਵਿੱਚੋਂ। ਅੱਛਾ, USA ਦੇ ਵਿੱਚੋਂ ਮੰਨ ਲਓ ਕੋਈ ਰਿਫਿਊਜ਼ ਹੋ ਜਾਂਦਾ, ਉਸ ਤੋਂ ਬਾਅਦ ਕਿਸੇ ਹੋਰ ਕੰਟਰੀ ਲਈ ਟਰਾਈ ਕਰਦਾ, ਉਹਦਾ ਕੋਈ ਇਫੈਕਟ? ਕੰਟਰੀ ਲਈ ਜਾ ਸਕਦਾ, ਕੈਨੇਡਾ ਜਾ ਸਕਦਾ, ਆਸਟ੍ਰੇਲੀਆ ਜਾ ਸਕਦਾ। ਕੋਈ ਉਹਦੇ ਤੇ ਸਾਈਡ ਇਫੈਕਟ ਨਹੀਂ? ਕੋਈ ਸਾਈਡ ਇਫੈਕਟ ਨਹੀਂ। ਓਕੇ। ਜਿਹੜੀ ਯੂਰਪ ਦੀਆਂ ਕੰਟਰੀਆਂ ਅੱਜ ਕੱਲ੍ਹ ਕਹਿੰਦੇ ਨੇ ਵੀ ਮਾਲਟਾ ਵਗੈਰਾ, ਉੱਥੇ ਕੋਈ ਇਦਾਂ ਦਾ ਚਾਂਸ ਜਿੱਥੇ ਬੱਚਾ ਪੜ੍ਹਨਾ ਚਾਹੁੰਦਾ ਹੋਵੇ ਤੇ ਉੱਥੇ ਨਾ ਜ਼ਰੂਰਤ ਪੈਂਦੀ ਹੋਵੇ ਆਈਲਸ ਦੀ? ਹਾਂਜੀ ਸਰ, ਤੁਸੀਂ ਮਾਲਟਾ ਜਾ ਸਕਦੇ ਹੋ, ਰਸ਼ੀਆ ਜਾ ਸਕਦੇ ਹੋ। ਇਸ ਤੋਂ ਬਿਨਾਂ 1-2 ਕੰਟਰੀ ਹੋਰ ਨੇ ਮੇਰੇ ਮਾਈਂਡ 'ਚ ਨਹੀਂ ਆ ਰਹੀਆਂ, ਉੱਥੇ ਤੁਸੀਂ ਵਿਦਆਊਟ ਆਇਲਸ ਜਾ ਸਕਦੇ ਹੋ। ਪਰ ਉੱਥੇ ਜਾਣ ਦਾ ਇੱਕ ਮਾਈਨਸ ਪੁਆਇੰਟ ਹੈ, ਕਿਉਂਕਿ ਜਿੱਦਾਂ ਸਾਨੂੰ ਕੈਨੇਡਾ ਦੇ ਵਿੱਚ GIC ਅਕਾਊਂਟ ਓਪਨ ਕਰਨਾ ਪੈਂਦਾ, ਜਿਹਦੇ ਵਿੱਚ ਸਾਨੂੰ 6 ਲੱਖ ਰੁਪਏ ਰੱਖਣਾ ਪੈਂਦਾ ਹੈ। ਜਰਮਨ ਜਾਂ ਮਾਲਟਾ ਵਿੱਚ ਜਾਣ ਲਈ ਸਾਨੂੰ ਇੱਕ ਬਲੌਕ ਅਕਾਊਂਟ ਓਪਨ ਕਰਾਉਣਾ ਪੈਂਦਾ, ਜਿਹਦੇ ਵਿੱਚ ਸਾਨੂੰ 9.5 ਲੱਖ ਰੁਪਏ ਰੱਖਣਾ ਪੈਂਦਾ। ਉਸ ਤੋਂ ਉੱਪਰ ਫੀਸ ਹੋ ਜਾਂਦੀ ਹੈ, ਫਿਰ ਫੰਡ ਹੋ ਜਾਂਦੇ ਨੇ, ਉਹ ਕਾਫੀ ਕੋਸਟਲੀ ਪੈ ਜਾਂਦਾ। ਹੁਣ ਜਿੰਨੇ ਪੈਸੇ ਤੁਸੀਂ ਜਰਮਨ ਵਗੈਰਾ ਹੀ ਟਰਾਈ ਕਰਦੇ ਹੋ, ਉਹਨੇ ਪੈਸੇ ਤੁਸੀਂ UK ਜਾਂ ਆਸਟ੍ਰੇਲੀਆ ਚੱਲ ਜਾਓਗੇ। ਨਹੀਂ, ਉਹ ਫਿਰ ਗਲਤ ਆਈਲਸ ਦੀ ਹੈ ਨਾ ਜੀ ਉੱਥੇ। ਚਲੋ ਉਹ ਤਾਂ ਹੈ ਹੀ ਹੈ ਸਰ। ਇਹ ਮਤਲਬ ਮੈਂ ਇਸ ਲਈ ਦੱਸ ਰਿਹਾ ਵੀ ਕਈ ਬੱਚੇ ਤੋਂ ਬਾਰ-ਬਾਰ ਕੋਸ਼ਿਸ਼ ਦੇ ਬਾਵਜੂਦ ਵੀ ਜਿਹੜੀ ਆਈਲਸ ਕਲੀਅਰ ਨਹੀਂ ਹੁੰਦੀ, ਵੀ ਉਹਦੇ ਲਈ ਕੋਈ ਨਾ ਕੋਈ ਬਾਹਰ ਜਾ ਕੇ ਪੜ੍ਹਨ ਦਾ ਰਸਤਾ ਹੈ। ਸਰ ਆਇਲਸ ਕਲੀਅਰ ਕਰਨ ਲਈ ਵੀ ਤੁਹਾਨੂੰ ਇੱਕ ਬੈਸਟ ਇੰਸਟੀਚਿਊਟ ਚੂਜ਼ ਕਰਨ ਦੀ ਲੋੜ ਹੈ, ਜਿੱਥੇ ਓਨਰ ਤੁਹਾਨੂੰ ਖੁਦ ਬੈਠਿਆ ਮਿਲੇਗਾ, ਬਿਲਕੁਲ ਗਵਰਨਮੈਂਟ ਦਾ ਅਪਰੂਵਡ ਹੋਏਗਾ। ਉੱਥੇ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਵੀ ਮੇਰਾ ਨਾਮ ਖਰਾਬ ਹੋਵੇ। ਮੈਂ ਕਹਿੰਦਾ ਸਾਡੇ ਲਈ ਐਡਮਿਸ਼ਨ ਕਰਾਓ, ਅਸੀਂ 101% ਉਹਦਾ ਸਕਸੈਸਫੁਲੀ ਰਿਜ਼ਲਟ ਦੇਵਾਂਗੇ ਅਗਰ ਤੁਸੀਂ ਸਾਡੇ ਅਕੋਰਡਿੰਗ
ਚੱਲੋਗੇ। ਸਾਡੇ ਅਕੋਰਡਿੰਗ ਮੀਨਸ ਪ੍ਰੋਪਰ ਕਲਾਸੇ ਲਗਾਓਗੇ, ਇਹ ਨਹੀਂ ਹੋਏਗਾ ਨਾ ਵੀ 2 ਦਿਨ ਕਲਾਸ ਲਾਈਆਂ 2 ਦਿਨ ਛੁੱਟੀ। ਅਸੀਂ ਕਹਿੰਦੇ ਪ੍ਰੋਪਰ ਟਾਈਮ 3 ਮਹੀਨੇ ਸਾਨੂੰ ਦਿਓ, 3 ਮਹੀਨੇ 'ਚ ਗਰੰਟਡ ਅਸੀਂ ਤੁਹਾਨੂੰ ਬੈਂਡ ਦਵਾਵਾਂਗੇ। ਨਹੀਂ ਮਤਲਬ ਤੁਸੀਂ ਇੱਥੇ ਨਾਲ ਆਈਲੈਸ ਦਾ ਵੀ ਆਪਣੇ ਹੈਗੀ ਸੁਵਿਧਾ ਹੈਗੀ? ਬਿਲਕੁਲ ਸਰ, ਸਾਡੇ ਸਾਰੇ ਜਿੰਨੇ 4-5 ਸਾਡੇ ਇੰਸਟੀਚਿਊਟ ਨੇ ਸਾਰਿਆਂ 'ਚ ਆਇਲਸ ਦੇ ਪੀਡੀ ਅਵੇਲੇਬਲ ਹੈ ਜੀ। ਗੱਲਬਾਤ ਕਰਨ ਲਈ ਸ਼ੁਕਰੀਆ। ਥੈਂਕ ਯੂ ਸਰ। AOC ਇੰਟਰਨੈਸ਼ਨਲ ਸਮਾਣਾ ਦੇ ਆਫਿਸ ਦੇ ਵਿੱਚ ਪਾਰਟਨਰ ਨੇ ਹਰਵਿੰਦਰ, ਜਿਨ੍ਹਾਂ ਦਾ ਪਿੰਡ ਲੰਗ ਹੈ। ਕਿਉਂਕਿ ਜਦੋਂ ਵੀ ਗੱਲਬਾਤ ਹੋਈ ਆ ਸਾਡੀ ਇਸ ਵਿਸ਼ੇ ਦੇ ਉੱਤੇ ਵੀ ਸਮਾਣੇ ਆਫਿਸ ਦੇ ਵਿੱਚ ਆਪਾਂ ਚਰਚਾ ਕਰਨੀ ਹੈ, ਗੱਲਬਾਤ ਕਰਨੀ ਹੈ, ਅੱਜ ਉਹ ਦਿਨ ਵੀ ਆ ਗਿਆ। ਕੀ ਹਾਲ ਚਾਲ ਹੈ ਵੀਰ? ਠੀਕ ਠਾਕ ਜੀ, ਬਹੁਤ ਵਧੀਆ। ਉਹ ਠੀਕ ਠਾਕ? ਧੰਨਵਾਦ ਜੀ ਤੁਹਾਡਾ ਬਹੁਤ ਬਹੁਤ, ਤੁਸੀਂ ਸਾਡੇ ਕੋਲ ਆਏ ਅੱਜ। ਓਕੇ ਅਸੀਂ ਗੱਲਬਾਤ ਕੀਤੀ ਹੈ ਤੁਹਾਡੇ ਪਾਰਟਨਰ ਦੇ ਨਾਲ ਵੀ। ਅਸੀਂ ਇਹੀ, ਸਾਡਾ ਮਕਸਦ ਕੀ ਹੈ, ਮੀਡੀਆ ਦਾ ਮਕਸਦ ਹੈ ਜਿਹੜੇ ਅੱਜ ਨੌਜਵਾਨ ਨੇ ਠੱਗੀ ਤੋਂ ਬਚ ਸਕਣ ਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹੋ। ਦੇਖੋ ਸਾਰੀ ਗੱਲ ਤੁਹਾਡੇ ਪਾਰਟਨਰ ਨੇ ਦੱਸੀ ਹੈ, ਤੁਸੀਂ ਵੀ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹੋ। ਕੀ ਕਹਿਣਾ ਚਾਹੁੰਦੇ ਹੋ? ਅੱਜ ਸਟੂਡੈਂਟਸ ਜਾ ਰਹੇ ਨੇ ਬਾਹਰ, ਕਿਸੇ ਵੀ ਤਰ੍ਹਾਂ ਹਰ ਜਿਹੜਾ ਬੱਚਾ ਉਹ ਬਾਹਰ ਜਾਣਾ ਚਾਹੁੰਦਾ ਹੈ, ਕੀ ਕਹਿਣਾ ਚਾਹੁੰਦੇ ਹੋ? ਸਰ ਬੇਸਿਕਲੀ ਦੇਖੋ ਸਟਾਰਟਿੰਗ ਆਪਣੀ ਕਿ ਅਸੀਂ ਲਗਭਗ ਪਿਛਲੇ ਲਾਸਟ 3 ਸਾਲ ਤੋਂ ਇੱਥੇ AOC ਇੰਟਰਨੈਸ਼ਨਲ ਚਲਾ ਰਹੇ ਹਾਂ ਜੀ ਇੱਥੇ ਸਮਾਣੇ ਦੇ ਵਿੱਚ। ਕਿਉਂਕਿ ਵੈਸੇ ਤਾਂ ਕਾਫੀ ਪੁਰਾਣੇ ਨੇ ਉਹ, ਤੇ ਪਰ ਸਾਡੇ ਕੋਲ ਸਮਾਣਾ ਬ੍ਰਾਂਚ ਆ ਜਿਹੜੀ ਉਹ ਪਿਛਲੇ 3 ਸਾਲ ਤੋਂ ਅਸੀਂ ਰਨ ਕਰ ਰਹੇ ਹਾਂ। ਤੇ ਸਾਡਾ ਪਹਿਲੇ ਦਿਨ ਤੋਂ ਇੱਕ ਮਕਸਦ ਸੀਗਾ ਵੀ ਕਿਸੇ ਨਾਲ ਆਪਾਂ ਝੂਠ ਤਾਂ ਬੋਲਣਾ ਹੀ ਨਹੀਂ। ਜਿੱਦਾਂ ਦਾ ਬੱਚਾ ਆਉਂਦਾ ਪਹਿਲਾਂ ਉਹਦੀ ਕਾਉਂਸਲਿੰਗ ਹੁੰਦੀ ਹੈ, ਜੋ ਆਈਲੈਟਸ ਲਈ ਆਉਂਦਾ ਜਾਂ PT ਲਈ ਆਉਂਦਾ, ਕੋਈ ਵੀ ਆਉਂਦਾ, ਆਪਾਂ ਪਹਿਲਾਂ ਉਹਦੀ ਕਾਉਂਸਲਿੰਗ ਕਰੀ ਜਾਂਦੀ ਆ, ਫਿਰ ਉਹਨੂੰ ਪ੍ਰੋਪਰ ਸਾਡੇ ਵੱਲੋਂ ਦੱਸਿਆ ਜਾਂਦਾ ਕਿ ਤੇਰੇ ਲਈ ਕੀ ਸਹੀ ਆ ਕੀ ਨਹੀਂ। ਵੈਸੇ ਤਾਂ ਬੱਚਾ ਆ ਕੇ ਕਹਿੰਦਾ ਮੈਂ ਇਹ ਕਰਨਾ, ਮੈਨੂੰ ਆਹ ਕਰਾ ਦਿਓ। ਜਦੋਂ ਆਪਾਂ ਬੱਚੇ ਦੀ ਕਾਉਂਸਲਿੰਗ ਕਰਦੇ ਫਿਰ ਪਤਾ ਲੱਗਦਾ ਅਸਲ 'ਚ ਵੀ ਉਹ ਕੀ ਕਰ ਸਕਦਾ। ਪਹਿਲੀ ਗੱਲ ਤਾਂ ਇਹ ਕਿ ਆਪਾਂ ਬੱਚੇ ਨੂੰ ਰਾਈਟ ਇਨਫੋਰਮੇਸ਼ਨ ਦਿੰਦੇ ਹਾਂ। ਉਸ ਤੋਂ ਬਾਅਦ ਪਹਿਲਾ ਮੋਟਿਵ ਤੇ ਲਾਸਟ ਮੋਟਿਵ ਸਾਡਾ ਇਹ ਹੈ ਵੀ ਕਿਸੇ ਨਾਲ ਨਾ ਤਾਂ ਠੱਗੀ ਠੋਰੀ ਕਰਨੀ ਹੈ ਜੀ, ਨਾ ਕਿਸੇ ਨਾਲ ਝੂਠ ਬੋਲਣਾ ਜੀ। ਬਸ ਇਹ ਸੀਗਾ ਸਾਡਾ ਮਕਸਦ। ਇਸੇ ਕਰਕੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ। ਹਰਵਿੰਦਰ, ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਸੱਚ ਆਪਾਂ ਬੋਲਦੇ ਹਾਂ ਥੋੜ੍ਹਾ ਜਿਹਾ ਬੰਦੇ ਨੂੰ ਕੌੜਾ ਲੱਗਦਾ? ਜਦੋਂ ਕੋਈ ਝੂਠ ਬੋਲਦਾ, ਚਾਹੇ ਟਰੈਵਲਿੰਗ ਦਾ ਕੰਮ ਕਰਦਾ, ਇਮੀਗ੍ਰੇਸ਼ਨ ਦੇ ਜਿਹੜੇ ਵੀ ਕੰਮ ਕਰਦੇ ਆ, ਕਾਫੀ ਹੱਦ ਤੱਕ ਉਹ ਕੋਸ਼ਿਸ਼ ਕਰਦੇ ਆ ਵੀ ਯਾਰ ਸਾਡੇ ਕੋਲੇ ਬੰਦਾ ਫਸ ਜਾਵੇ, ਕਿਉਂਕਿ ਐਡਵਾਂਸ ਪੈਸੇ ਵੀ ਲੈਣੇ ਹੁੰਦੇ ਨੇ। ਤੁਹਾਨੂੰ ਇਹ ਚੁਣੌਤੀਆਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੋਣਾ? ਸਰ ਓਬਵੀਅਸਲੀ ਗੱਲ ਆ ਕਿ ਆਪਾਂ ਬਚਪਨ ਤੋਂ ਸੁਣਦੇ ਆਉਂਦੇ ਕਿ ਸੱਚ ਕੌੜਾ ਹੁੰਦਾ। ਤੇ ਇੱਥੇ ਆਪਣੇ ਮੋਸਟਲੀ ਲੋਕਾਂ ਦਾ ਕੀ ਬਣਾ ਲਿਆ ਉਹਨਾਂ ਨੇ ਕਿ ਸਵਰਗ ਤਾਂ ਸਾਰੇ ਜਾਣਾ ਚਾਹੁੰਦੇ ਨੇ, ਮਰਨਾ ਕੋਈ ਨਹੀਂ ਚਾਹੁੰਦਾ। ਠੀਕ, ਉਹ ਸੇਮ ਚੀਜ਼ ਹੋ ਗਈ ਕਿ ਆਪਾਂ ਮਤਲਬ ਕਿ ਝੂਠ ਆ ਜਿਹੜਾ, ਝੂਠ ਬਹੁਤ ਲੰਬਾ ਸਮਾਂ ਤੁਸੀਂ ਨਹੀਂ ਚਲਾ ਸਕਦੇ। ਝੂਠ ਅੱਜ ਨਹੀਂ ਤਾਂ ਕੱਲ ਫੜਿਆ ਜਾਣਾ। ਤੁਸੀਂ ਬਹੁਤ ਵਧੀਆ ਗੱਲ ਕਹੀ। ਅਸੀਂ ਪਟਿਆਲੇ ਦੇ ਵਿੱਚ ਬੜੇ ਆਫਿਸ ਨੇ, ਮੈਂ ਹੁਣ ਕੀ ਗੱਲ ਕਰਾਂ, ਜਿਹੜੇ 3-3 ਮਹੀਨੇ ਬਾਅਦ ਮਤਲਬ ਰਫੂ ਚੱਕਰ ਹੋ ਗਏ। ਉਹੀ ਬੰਦੇ ਜਾ ਕੇ ਕਿਤੇ ਹੋਰ ਖੋਲ੍ਹਦੇ ਆ, ਕਿਤੇ ਹੋਰ ਖੋਲ੍ਹਦੇ ਆ, ਉਹਨਾਂ ਦੇ 50-50 60-60 ਪਰਚੇ ਵੀ ਦਰਜ ਹੋਏ ਨੇ। ਤੁਹਾਡੀ ਗੱਲ ਬੜੀ ਹੀ ਵਧੀਆ ਲੱਗੀ ਵੀ ਝੂਠ ਦੇ ਜਿਹੜਾ ਸਮਾਂ ਥੋੜ੍ਹਾ ਹੁੰਦਾ। ਹਾਂਜੀ ਸਰ, ਅਸੀਂ ਮਤਲਬ ਕਿ ਜੇ ਤੁਹਾਨੂੰ ਦੱਸੀਏ ਬੈਕਗਰਾਊਂਡ, ਅਸੀਂ 2014 ਤੋਂ ਸਮਾਣੇ 'ਚ ਹਾਈਟੈਕ ਨਾਂ ਦੇ ਇੰਸਟੀਚਿਊਟ ਸਾਨੂੰ ਓਪਨ ਕੀਤਾ ਸੀਗਾ ਤੇ ਉਹ ਵੀ ਸਕਸੈਸਫੁਲੀ ਚੱਲ ਰਿਹਾ। ਤੇ ਉਹ ਸਿਰਫ ਇਸੇ ਗੱਲ ਕਰਕੇ ਚੱਲ ਰਿਹਾ ਕਿ ਨਾ ਤਾਂ ਕਿਸੇ ਗੱਲ ਠੱਗੀ ਠੋਰੀ ਦਾ ਦਿਲ ਕੀਤਾ, ਨਾ ਕਦੇ ਕੀਤੀ ਆ, ਨਾ ਕਦੇ ਕਰਨੀ ਆ। ਤਾਂ ਉਸੇ ਕਰਕੇ ਚਲੋ ਪਰਮਾਤਮਾ ਦੀ ਕਿਰਪਾ ਨਾਲ ਇੱਜ਼ਤ ਵਧੀਆ ਬਣੀ ਹੋਈ ਆ। ਤੇ ਹੁਣ ਬੱਚਿਆਂ ਦਾ ਅਸਲ 'ਚ ਕੀ ਆ ਜੀ ਕਿ ਬੱਚੇ ਆਉਂਦੇ ਨੇ, ਟਰਸਟ ਨਾਲ ਆਉਂਦੇ ਨੇ, ਤੇ ਟਰਸਟ ਬਿਲਡ ਕਰਨ 'ਚ ਸਾਨੂੰ ਲੱਗਦਾ ਵੀ ਅਸੀਂ ਕਾਮਯਾਬ ਕਾਫੀ ਹੱਦ ਤੱਕ ਹੋਏ ਹਾਂ। ਮੈਂ ਤੁਹਾਨੂੰ ਮੁਬਾਰਕਾਂ ਵੀ ਦੇਣੀਆਂ ਚਾਹੁੰਦਾ। ਅੱਜ ਤੁਹਾਡੇ ਸੈਂਟਰ ਦੇ ਵਿੱਚ 5-7 ਬੱਚਿਆਂ ਦੇ ਵੀਜ਼ੇ ਵੀ ਆਏ ਨੇ ਆਸਟ੍ਰੇਲੀਆ ਦੇ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਬਹੁਤ ਸਾਰੇ ਬੱਚਿਆਂ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਜੀ ਕਿ ਮੇਨ ਸੁਪਨਾ ਹੀ ਆ ਕੈਨੇਡਾ, ਆਸਟ੍ਰੇਲੀਆ, UK ਜਾਂ ਨਿਊਜ਼ੀਲੈਂਡ, ਉਹਨਾਂ 'ਚੋਂ ਟੌਪ ਕਲਾਸ ਕੰਟਰੀ ਹੈ ਜਿਹੜੀ ਆਸਟ੍ਰੇਲੀਆ। ਉੱਥੋਂ ਦੇ ਅੱਜ ਵੀਜ਼ੇ ਆਏ ਨੇ ਆਪਣੇ ਕੋਲ 5-6 ਤੇ ਸਾਨੂੰ ਵੀ ਬਹੁਤ ਮਤਲਬ ਮਾਣ ਮਹਿਸੂਸ ਹੁੰਦਾ ਤੇ ਤੁਹਾਡਾ ਵੀ ਬਹੁਤ ਧੰਨਵਾਦ, ਵਧਾਈਆਂ ਦੇਣ ਲਈ ਜੀ। ਬਸ ਇਹੀ ਕਹਿਣਾ ਕਰਾਂਗੇ ਕਿ ਅੱਗੇ ਨੂੰ ਚਲੋ ਜਾਣ ਬੱਚੇ ਉੱਥੇ, ਇੱਦਾਂ ਹੀ ਸਾਡੇ ਕੋਲ ਆਉਂਦੇ ਰਹਿਣ ਤੇ ਅੱਗੇ ਜਾ ਕੇ ਬੱਚੇ ਆਪਣੀ ਸਟੱਡੀ ਅੱਗੇ ਫੋਰਨ ਕਰਕੇ ਤਰੱਕੀਆਂ ਕਰਨ ਜੀ। ਹਾਂਜੀ, ਇੱਥੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਕਿ ਆਪਣੇ ਕੋਲ ਦੇਖੋ ਡੇਲੀ ਲਗਭਗ 3-4 ਕਲਾਇੰਟ ਆਉਂਦੇ ਨੇ ਜਿਹੜੇ ਸਾਡੇ ਕੋਲ ਆਉਂਦੇ ਨੇ ਕਿ ਸਟੱਡੀ ਵੀਜ਼ੇ ਵਾਲੇ। ਅਸੀਂ ਫਾਈਲ ਚੈੱਕ ਕਰਦੇ ਹਾਂ, ਸਕੈਨ ਕਰਦੇ ਹਾਂ, ਤੇ ਸਾਡੇ ਜਿਹੜੇ ਮੇਨ ਹੈੱਡ ਆਫਿਸ ਤੋਂ ਨੇ ਕੁਲਵਿੰਦਰ ਜੀ, ਉਹਨਾਂ ਨੇ ਸਾਨੂੰ ਸਪੈਸ਼ਲ ਇੱਕ ਗੱਲ ਕਹੀ ਸੀ ਕਿ ਪਹਿਲਾਂ ਫਾਈਲ ਤੁਸੀਂ ਚੈੱਕ ਕਰਨੀ ਆ, ਬਾਅਦ 'ਚ ਮੇਰੇ ਤੋਂ ਚੈੱਕ ਕਰਾਉਣੀ ਆ। ਜਦੋਂ ਅਸੀਂ ਸੈਟੀਸਫਾਈਡ ਹੋਵਾਂਗੇ ਤਾਂ ਆਪਾਂ ਕਲਾਇੰਟ ਨੂੰ ਕਹਿਣਾ ਕਿ ਤੇਰਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ। ਆਪਾਂ ਬੱਚੇ ਨੂੰ ਸੱਚ ਦੱਸਣਾ, ਕਿਸੇ ਤੋਂ 5,000-10,000 ਲਈ ਆਪਾਂ ਨੇ ਉਹ ਤੋਂ ਫਾਈਲ ਨਹੀਂ ਰੱਖਣੀ ਹੈਗੀ ਲੈ ਕੇ। ਤਾਂ ਬਸ ਇਹੀ ਕਾਰਨ ਕਹਿ ਲਓ ਕਿ ਅਸੀਂ ਸਾਰੀਆਂ ਫਾਈਲਾਂ ਹੀ ਸਾਡੀਆਂ ਉੱਦਾਂ ਦੀਆਂ ਸੀ ਤੇ ਸਾਰੇ ਬੱਚੇ ਹੀ ਉੱਦਾਂ ਦੇ ਇੰਟੈਲੀਜੈਂਟ ਸੀ ਤੇ ਸਾਡੀ ਜਿਹੜੀ ਫਾਈਲਿੰਗ ਆ ਉਹ ਨੰਬਰ 1 ਸੀ। ਉਸ ਕਰਕੇ ਕਈਆਂ ਬੱਚਿਆਂ ਦਾ ਵੀਜ਼ਾ ਤਾਂ ਹਫ਼ਤੇ 'ਚ 10-10 ਦਿਨ 'ਚ ਵੀ ਆਇਆ। ਹਰਵਿੰਦਰ, ਗੱਲ ਇੱਕ ਆਪਾਂ ਕਰਨੀ ਚਾਹੁੰਦੇ ਹਾਂ ਵੀ ਕੁਝ ਸਟੂਡੈਂਟਸ ਮੈਂ ਦੇਖੇ ਆ ਜਿਹੜੇ ਕਹਿੰਦੇ ਵੀ ਸਾਡਾ ਘੰਟਿਆਂ 'ਚ ਵੀਜ਼ਾ ਆ ਗਿਆ। ਇੱਦਾਂ ਦੀ ਕੋਈ ਪ੍ਰੋਵੀਜ਼ਨ ਵੀ ਹੈਗੀ ਆ ਅੰਬੈਸੀਆਂ ਦੇ ਕੋਲੇ ਵੀ ਉਹ ਘੰਟਿਆਂ 'ਚ ਵੀਜ਼ੇ ਦੇਣ, ਜਾਂ ਕੋਈ ਡਾਇਰੈਕਟ ਕੰਸਲਟ ਹੁੰਦਾ ਯੂਨੀਵਰਸਿਟੀ ਜਾਂ ਕਾਲਜ ਦੇ ਨਾਲ? ਨਹੀਂ ਸਰ, ਆਸਟ੍ਰੇਲੀਆ 'ਚ ਨਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਸਟ੍ਰੇਲੀਆ 'ਚ ਇੱਕ ਗਰੁੱਪ 8 ਦੀਆਂ ਯੂਨੀਵਰਸਿਟੀਜ਼ ਨੇ ਕਾਫੀ, ਜਿਨ੍ਹਾਂ ਦਾ ਜਿਹੜਾ ਵੀਜ਼ਾ ਉਹ ਆਟੋ ਜਨਰੇਟਡ ਹੁੰਦਾ। ਤਾਂ ਇਦਾਂ ਹੀ ਉਹ ਲੜਕੀ ਸੀਗੀ ਆਪਣੀ ਜਿਹੜੀ
ਉਹ ਦਿੜਬੇ ਉਸੇ ਤੋਂ ਹੀ। ਯੂਨੀਵਰਸਿਟੀ ਚੋਂ ਸੀਗੀ ਅਪਲਾਈ ਕੀਤਾ ਹੋਇਆ, ਜਿਨ੍ਹਾਂ ਦਾ ਵੀਜ਼ਾ ਆਪਾਂ ਦੁਪਹਿਰੇ ਲਗਭਗ 1:30 ਵਜੇ ਦੇ ਕਰੀਬ ਅਪਲਾਈ ਕੀਤਾ ਸੀ ਤੇ ਸ਼ਾਮ ਨੂੰ 7 ਵਜੇ ਉਹਨਾਂ ਦਾ ਗ੍ਰਾਂਟ ਹੋ ਕੇ ਆਪਣੇ ਕੋਲ ਆ ਗਿਆ ਸੀ। ਮੈਂ ਦੇਖਿਆ ਅੱਜ ਜਿੰਨੇ ਸਟੂਡੈਂਟਸ ਦੇ ਉਹਨਾਂ ਦੇ ਪੇਰੈਂਟਸ ਨਾਲ ਅਸੀਂ ਗੱਲਬਾਤ ਕੀਤੀ ਹੈ, ਜਦੋਂ ਕੋਈ ਸੱਚ ਬੋਲਦਾ, ਮੈਂ ਪਹਿਲਾਂ ਵੀ ਦੱਸਿਆ, ਉਹਦਾ ਚਿਹਰਾ ਦੱਸ ਦਿੰਦਾ ਹੈ। ਉਹ ਬੜੀ ਖੁਸ਼ੀ ਮਹਿਸੂਸ ਕਰ ਰਹੇ ਸੀ, ਕਿਉਂਕਿ ਇੱਕ ਮੈਂ ਹੁਣ ਹਰਵਿੰਦਰ ਇਹ ਗੱਲ ਕਰਨੀ ਚਾਹੁੰਦਾ, ਦੇਖੋ ਜਦੋਂ ਕਿਸੇ ਦੇ ਬੈਂਡ ਘੱਟ ਆਏ ਆ ਜਾਂ ਉਹ ਐਲੀਜੀਬਿਲਟੀ ਉਹਦੀ ਨਹੀਂ ਬਣਦੀ ਤਾਂ ਉਹਨੂੰ ਕਿਵੇਂ ਸੈਟੀਸਫਾਈ ਕਰਦੇ ਹੋ ਵੀ ਤੂੰ ਦੁਬਾਰਾ ਆਈਲੈਸ ਕਰ ਲੈ, ਜਾਂ ਇਹਦੇ ਬਾਰੇ ਵੀ ਆਪਾਂ ਚਾਨਣਾ ਸਾਡੇ ਸਟੂਡੈਂਟਸ ਜਿਹੜੇ ਦੇਖ ਰਹੇ ਉਹਨਾਂ ਨੂੰ ਜ਼ਰੂਰ ਪਾਉਣਾ ਹੈ। ਦੇਖੋ ਸਰ, ਇਹਦਾ ਇੱਕ ਮਿਨੀਮਮ ਕ੍ਰਾਈਟੇਰੀਆ, ਜੇ ਆਪਾਂ ਨੇ ਕੋਈ ਵੀ ਵਧੀਆ ਯੂਨੀਵਰਸਿਟੀ ਜਾਂ ਕਾਲਜ ਲੈਣਾ ਤਾਂ ਉਹਦੇ ਲਈ ਮਿਨੀਮਮ ਆਪਾਂ ਨੂੰ 5.5 ਈਚ ਤੱਕ ਘੱਟੋ ਘੱਟ ਹੀ ਹੋਣੇ ਚਾਹੀਦੇ ਨੇ। ਹੁਣ ਜੇ ਇਸ ਤੋਂ ਘੱਟ ਹੋਣ ਕਿਸੇ ਮੋਡਿਊਲ 'ਚ ਜਾਂ ਕਿਸੇ ਤਰ੍ਹਾਂ ਵੀ, ਤਾਂ ਉਹ ਬੱਚੇ ਨੂੰ ਸਲਾਹ ਪਹਿਲਾਂ ਤਾਂ ਇਹੀ ਦੇਈਦੀ ਹੈ ਕਿ ਤੂੰ ਆਇਲਸ ਦੁਬਾਰਾ ਕਰ ਲੈ ਜਾਂ ਪੀਟੀ ਤੂੰ ਦੁਬਾਰਾ ਕਰ ਲੈ। ਠੀਕ ਹੈ ਜੀ। ਤੇ ਬਸ ਇਦਾਂ ਹੀ ਆ ਕਿ ਉਹਨਾਂ ਨੂੰ ਸਮਝਾਈਦਾ, ਪੂਰਾ ਕਾਉਂਸਲਿੰਗ ਕਰੀਦੀ ਆ। ਬਾਕੀ ਜੇ ਕਿਸੇ ਦੇ 5.5 ਹੋਣ ਤੇ 5.5 ਤੇ ਵੀ ਕਾਫੀ ਯੂਨੀਵਰਸਿਟੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਆਪਾਂ ਪ੍ਰੋਸੈਸਿੰਗ ਕਰ ਸਕਦੇ ਨੇ, ਐਕਸੈਪਟ ਕਰਦੀਆਂ ਨੇ ਤੇ ਜਿਨ੍ਹਾਂ ਦਾ ਵੀਜ਼ਾ ਆ ਜਾਂਦਾ ਜੀ ਉੱਥੋਂ ਪ੍ਰੋਪਰਲੀ। ਓਕੇ। ਤੇ ਹਰਵਿੰਦਰ, ਹੋਰ ਕੋਈ ਗੱਲਬਾਤ ਜੋ ਅੱਜ ਸਟੂਡੈਂਟਸ ਬਾਹਰ ਦੇ ਜਾਣ ਦੇ ਹੈਗੇ ਆ ਸਾਰੇ ਚਾਹਵਾਨ, ਕਿਉਂਕਿ ਉੱਥੇ ਪੜ੍ਹੀਏ ਤੇ ਕਾਮਯਾਬ ਹੋ ਕੇ ਆਈਏ, ਅਖੀਰ 'ਚ ਕੀ ਕਹਿਣਾ ਚਾਹੁੰਦੇ ਹੋ? ਅਖੀਰ ਸਰ ਇਹੀ ਕਹਾਂਗੇ ਕਿ ਅੱਜ ਜਿਹੜਾ ਆਪਣੇ ਦੌਰ ਚੱਲ ਰਿਹਾ, ਲਗਭਗ ਕੁਝ ਦੇਖਦੇ ਹਾਂ ਆਪਾਂ 100 ਚੋਂ ਲਗਭਗ 60 ਤੋਂ ਲੈ ਕੇ 70 ਬੱਚੇ ਕਹਿੰਦੇ ਨੇ ਕਿ ਜਿਸ ਨੂੰ ਮਰਜ਼ੀ ਪੁੱਛ ਲਓ ਵੀ ਮੈਂ ਤਾਂ ਬਾਹਰ ਪੜ੍ਹਨ ਜਾਣਾ। ਤੇ ਉਹਨਾਂ ਨੂੰ ਸਿਰਫ ਇਹੀ ਇੱਕ ਅਪੀਲ ਆ ਕਿ ਸਭ ਤੋਂ ਪਹਿਲਾਂ ਤਾਂ ਆਇਲਸ ਪੀਟੀ ਸਭ ਤੋਂ ਜਿਹੜੀ ਸਟਾਰਟਿੰਗ ਜਾੜਾ ਉਹ ਕਰਨ ਲਈ ਬੈਸਟ ਇੰਸਟੀਟਿਊਟ ਚੁਣੋ, ਵਧੀਆ ਇੰਸਟੀਟਿਊਟ ਚੁਣੋ ਜਿਹੜੇ ਗੌਰਮੈਂਟ ਤੋਂ ਮਨਜ਼ੂਰਸ਼ੁਦਾ ਹੋਣ, ਪ੍ਰੋਪਰ ਸਟਾਫ ਹੋਵੇ, ਪ੍ਰੋਪਰ ਤਰੀਕੇ ਨਾਲ ਪ੍ਰੋਪਰ ਵਧੀਆ ਬਣੇ ਹੋਣ। ਉੱਥੇ ਤੁਸੀਂ ਆਪਣੀ ਆਇਲਸ ਜਾਂ ਪੀਟੀ ਕਲੀਅਰ ਕਰੋ। ਉਸ ਤੋਂ ਬਾਅਦ ਵਧੀਆ ਕਿਸੇ ਏਜੰਟ ਤੋਂ ਜਾਂ ਵਧੀਆ ਕਿਸੇ ਫਰਮ ਤੋਂ ਆਪਣਾ ਵੀਜ਼ਾ ਅਪਲਾਈ ਕਰਵਾਓ, ਤਾਂ ਜੋ ਤੁਹਾਨੂੰ ਨਾ ਪੈਸੇ ਦੀ ਬਰਬਾਦੀ ਹੋਵੇ, ਨਾ ਤੁਹਾਡੇ ਸਮੇਂ ਦੀ ਬਰਬਾਦੀ ਹੋਵੇ, ਤੇ ਤੁਸੀਂ ਆਪਣੇ ਸੁਪਨੇ ਸਾਕਾਰ ਕਰ ਸਕਦੇ ਹੋ। ਬਸ ਇਹੀ ਕਹਿਣਾ ਸੀ। ਗੱਲਬਾਤ ਕਰ ਲਈ, ਸ਼ੁਕਰੀਆ। AOC ਸਮਾਣਾ ਦੇ ਆਫਿਸ ਬੈਠੇ ਹਾਂ ਅਸੀਂ, ਕੁਲਵਿੰਦਰ ਜੀ ਨਾਲ ਗੱਲਬਾਤ ਕੀਤੀ ਤੇ ਹਰਵਿੰਦਰ ਨਾਲ ਗੱਲਬਾਤ ਕੀਤੀ ਹੈ। ਕੀ ਪ੍ਰੋਸੈਸ ਨੇ ਜਿਹੜੇ ਆਪਾਂ ਸਟੱਡੀ ਵੀਜ਼ੇ ਲਈ ਅਪਲਾਈ ਕਰਨੇ ਨੇ, ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਤੀਆਂ। ਪਰ ਇੱਕ ਇਹਨਾਂ ਦਾ ਵਾਰੀ-ਵਾਰੀ ਕਹਿਣਾ ਵੀ ਅਸੀਂ ਸੱਚ ਇਸ ਲਈ ਬੋਲਦੇ ਹਾਂ ਕਿਉਂਕਿ ਜਿਹੜੇ ਝੂਠ ਦੀ ਜਿਹੜੀ ਦੌੜ ਹੈ ਉਹ ਬੜੀ ਛੋਟੀ ਹੁੰਦੀ ਹੈ। ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਕਿਹਦਾ ਹੁੰਦਾ? ਆਪਾਂ ਸੋਚਦੇ ਹਾਂ ਵੀ ਏਜੰਟ ਜਿਹੜਾ ਪੈਸੇ ਲੈ ਕੇ ਭੱਜ ਗਿਆ ਜਾਂ ਉਹਦੇ ਪਿੱਛੇ ਪੁਲਿਸ ਪੈ ਗਈ, ਉਹਨਾਂ ਦਾ ਨਹੀਂ। ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਉਹ ਬੱਚੇ ਦਾ, ਸਟੂਡੈਂਟਸ ਦਾ ਹੁੰਦਾ, ਜਿਨ੍ਹਾਂ ਦਾ ਸਮਾਂ ਖਰਾਬ ਹੁੰਦਾ, ਪੈਸੇ ਖਰਾਬ ਹੁੰਦੇ ਆ ਤੇ ਉਹਨਾਂ ਦੀ ਲਾਈਫ ਦੇ ਨਾਲ ਖਿਲਵਾੜ ਕੀਤਾ ਜਾਂਦਾ। ਇਸੇ ਲਈ ਅਸੀਂ ਜਿਹੜੇ ਐਪੀਸੋਡ ਸ਼ੁਰੂ ਕੀਤੇ ਨੇ, ਜਿਹੜੇ ਜੈਨੂਇਨ ਤਰੀਕੇ ਦੇ ਨਾਲ ਜਿਹੜੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਈਏ। ਉਹ ਆਪਣਾ ਕਿਸ ਤਰ੍ਹਾਂ ਜਿਹੜਾ ਬੱਚਾ ਬਾਹਰ ਜਾ ਸਕਦਾ, ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰ ਸਕਦਾ, ਕਿੰਨੇ ਬੈਂਡ ਚਾਹੀਦੇ ਨੇ, ਉਹ ਸਾਰੇ ਇੱਕ ਪਾਰਦਰਸ਼ੀ ਢੰਗ ਨਾਲ ਸਟੂਡੈਂਟਸ ਤੱਕ ਅਸੀਂ ਪਹੁੰਚਾਈਏ।